सप दे विच बहुत ज़्यादा हीट हुंदी आ ते इहदे विच ठंडाई हुंदी आ। वो फिर चंदन दे नाल आके लिपटदा घंटा अद्धा घंटा ते उहदे नाल उहनूं आराम मिलदा। इस तो बाद वो तुर जांदा। ये नहीं हैगा भी वो 12 महीने उहदे ते घर बना के बैठा रहूगा। पहली गल तो दूजे राज्यों च है ही नहीं वो वैरायटी सप की कर्नाटक तो अलावा। जंगलात से तो चंदन की जे निम का दरख्त भी कट्टोगे तो वो भी प्रतिबंध आ। हुण जिमींदार सोचता भी जे 15-20 सालों के विच इहदा मैनूं करोड़ रुपया मिल भी जाया तो उदों तक पता नहीं मैं रहना कि नहीं रहना। आम तौर लोगों की मानसिकता ये होंदी है। मैं तुसीं एफडी के तौर पर सोचते हो? एफडी के तौर पर देश वासियों को 2 करोड़ जिहड़ा आ उत्पादन दिता। जिहड़े नोट छापदे आ ना वो नोट छापदे जिहड़े गौरमेंट जिहड़ा उत्पादन उहदे आधार पर छापदी आ। ऐ नहीं हैगा भी वो रात दिन लगे रहन ते अरबां रुपया छाप देण उहदे कोई वैल्यू ही नहीं रहे। उत्पादन सब तो वड्डी चीज़ आ। ਇਹਦੇ ਵਿੱਚ ਕੀ ਆ जिस तरह पेड़ ने चौथे साल तो बाद ਇਹਨੂੰ बीज आना शुरू हो जाना आ। ਇਹਦਾ बीज भी विकना। चौथे साल तो इनकम आम ਜਿਹੜੀ फसल की इनकम है उन्नी देण लग जाना ਇਹਨੇ। ਇਹਦਾ ਜਿਹੜਾ बीज आ ना वो बीज ਦੇ ਵਿੱਚੋਂ तेल निकलदा। जिस तरह बादाम ਹੁੰਦਾ ना इस तरह ਦਾ बहुत हार्ड ਹੁੰਦੀ ਜਿਹੜੀ ਇਹਦੀ ਗੁਠਲੀ ਹੁੰਦੀ ਆ। ਇਹ ਜਿਹੜਾ ਚੰਦਨ ਆ ये 12 तो 20 साल ਦੇ ਵਿੱਚ ਇਹਨੇ ਤਿਆਰ ਹੋਣਾ। ਉਹ ਜ਼ਮੀਨ ਉੱਤੇ ਡਿਪੈਂਡ ਕਰਦਾ ਤੇ ਜ਼ਿਮੀਂਦਾਰ ਉੱਤੇ। ਜਿਹੜਾ ਬੀਜ ਹੈ ਇਹਦਾ ਬੀਜ 2000 ਤੋਂ ਲੈ ਕੇ 4000 रुपए प्रति किलो ਵਿਕਦਾ ਆ। ਪਰ ਇਟਲੀ ਦੇ ਵਿੱਚ ਇਹਦੀ दारू ਬਣਦੀ ਸ਼ਰਾਬ ਇੱਕ ਬੋਤਲ ਦੀ ਕੀਮਤ 11 ਲੱਖ ਰੁਪਈਆ ਹੈ। ਇਹ 12 साल तो बाद ਇਹਦੀ ਕੀਮਤ ਹੋਣੀ ਹੈ। ਜੇ ਤੇ ਆਮ ਲੱਕੜ ਆਏ ਐ ਵੱਢ ਕੇ ਲੈ ਜੀ ਉਹਦੇ ਕੋਈ मतलब नहीं है। ਇਹਦਾ ਮਤਲਬ ਕਿ ਲੱਕੜੀ ਰਹੇ ਇਹ ਲੱਕੜੀ ਬਾਲਣੀ ਹੈ ਇਹਦਾ। 12 ਸਾਲ ਬਾਅਦ ਇਹ ਪੌਦੇ ਨੂੰ ਕੀ ਹੋ ਜਾਂਦਾ ਹੈ? ਜਿਹੜੀਆਂ ਇਹਦੀਆਂ ਟਹਿਣੀਆਂ ਤੇ ਪੱਤੇ ਆ 100 रुपये किलो जाने आ। ਇਹਦੀ ਜਿਹੜੀ ਚਿੱਟੀ ਲੱਕੜ ਆ ਉਤਲੀ ਉਹ ਜਾਣੀ 100 रुपये किलो। ਪੇੜ ਚੋਂ 20 ਤੋਂ 25 ਕਿਲੋ ਨਿਕਲਣੀ ਉਹਦੀ 8000 रुपया प्रति किलो ਦੀ ਕੀਮਤ ਆ। ਕਿੱਲੇ ਚੋਂ ਕਿੰਨੇ ਰੁਪਈਆਂ ਦਾ ਚੰਦਨ ਹੋ ਸਕਦਾ ਤੁਹਾਡੇ ਹਿਸਾਬ ਨਾਲ? ਹਿੰਦੁਸਤਾਨ ਦੇ ਵਿੱਚ ਅਸੀਂ 85% ਜਿਹੜਾ ਆ ਚੰਦਨ ਅਸੀਂ ਪੂਰੇ ਵਰਲਡ ਨੂੰ ਦਿੰਨੇ ਆ। ਕਿੱਲੇ ਦੇ ਵਿੱਚ ਕਿੰਨੇ ਬੂਟੇ ਲੱਗਦੇ? ਇਹਦੀਆਂ ਆਪਾਂ ਟਹਿਣੀਆਂ ਕੱਟ ਕੇ ਤੇ ਇਹ ਜਿਹੜਾ ਰੇਸ਼ਮ ਆ ਉਹਦੇ ਕੀੜਿਆਂ ਨੂੰ ਦੇਈ ਜਾਣੀਆਂ। ਕੀੜੇ ਵੀ ਇਹ ਤੋਂ ਪਤਾ ਪੜਨਗੇ। ਜ਼ਿਮੀਂਦਾਰ ਦੀ ਆਮਦਨ ਵਧੂਗੀ ਤੇ ਇਹਨੂੰ ਇਹ ਆਕਸੀਜਨ ਵੀ ਜਿਵੇਂ ਆਪਾਂ ਬਰਸੀਨ ਵੱਢਦੇ ਆ ਨਾ ਇਸ ਤਰ੍ਹਾਂ ਇਹਨੂੰ ਕੱਟੀ ਜਾਣਾ ਤੇ ਇਹਨੇ ਫੁੱਟੀ ਜਾਣਾ ਆ। ਤਾਂ ਮੰਨ ਲਓ ਹੁਣ ਇਹ ਦੱਸੋ ਵੀ ਕਿੰਨੇ ਫੁੱਟ ਤੇ ਲਾਉਣੇ ਆ, ਕਿਹੜੀ ਦਿਸ਼ਾ ਤੋਂ ਲਾਉਣੇ ਆ, ਕਿਵੇਂ ਫਸਲ ਲਾਉਣੀ ਆ, ਕਿਵੇਂ ਹਨੇਰੀਆਂ ਤੋਂ ਬਚ? ਇਹ ਕੋਈ VIP ਪੇੜ ਨਹੀਂ ਹੈਗਾ। ਇਹ ਤਾਂ ਜੰਗਲੀ ਪੇੜ ਆ। ਜੰਗਲ ਦੇ ਵਿੱਚ ਇਹਨੂੰ ਜਿੰਨਾ ਜੰਗਲੀ ਵਾਤਾਵਰਣ ਮਿਲੂ ਓਨਾ ਹੀ ਇਹਨੂੰ ਜ਼ਿਆਦਾ ਵਧੀਆ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਵਕਤ ਖੜਾ उस खेत दे विच जिहदी आउण वाले समय दे विच किले दी भी करोड़ां रुपए आमदन होनी है। तुसीं कहोगे इहो जिहा किहड़ा खेत है? तो ये जिहड़ा खेत है चंदन दा, ठीक है। जिथों तक भी तुहानूं नज़र आऊगी तो चंदन ही चंदन इत्थे नज़र आऊगा। तुसीं कहोगे यार आ झाड़ बूटे जे क्यों नाल खड़े आ, तो काफ़ी चीज़ लोगों नूं पता कि इन्हां ने होर फसलां जिहड़ा हैगा रुखां तो भी इन्हें आपदी खुराक लैनी हुंदी है ना। अज तुहानूं उस शख्स नाल मनाऊंगा ਜਿਹੜੇ ਇਹਦੇ ਉੱਤੇ ਰਿਸਰਚ ਕੀਤੀ ਤੇ ਜਿਨ੍ਹਾਂ ਨੇ ਪਹਿਲਾਂ ਆਪ ਕਿੱਲਾ ਚੰਦਨ ਦਾ ਲਾਇਆ ਤੇ ਉਦੋਂ ਬਾਅਦ ਜਿਹੜਾ ਲੋਕਾਂ ਨੂੰ ਚੰਦਨ ਵੇਚਣਾ ਸ਼ੁਰੂ ਕੀਤਾ ਹੈ ਨਾ। ਤੇ ਚੰਦਨ ਦੇ ਬਾਰੇ ਪ੍ਰੋਪਰ ਜਾਣਕਾਰੀ ਕਿੰਨੇ ਡਿਗਰੀ ਤੋਂ ਕਿੰਨੇ ਤੱਕ ਹੋ ਸਕਦਾ, ਠੀਕ ਹੈ, ਤੇ ਕਿਹੋ ਜਿਹੀਆਂ ਦੀਆਂ ਵੈਰਾਈਟੀਆਂ ਲਾਉਣੀਆਂ ਚਾਹੀਦੀਆਂ, ਕੀ ਇਹਦੇ ਨਾਲ ਸੱਪ ਲਿਪਟੇ ਰਹਿੰਦੇ ਆ। ਤੁਸੀਂ ਦੇਖ ਲਓ ਵੀ ਇੰਨੇ ਕੱਖ ਕਾਂਡੇ ਹਜੇ ਤੱਕ ਮੈਨੂੰ ਤਾਂ ਕੋਈ ਲੜਿਆ ਨਹੀਂ। ਤੇ ਕਿਉਂਕਿ ਪਰ ਸਾਡੇ ਕੋਲੇ ਕੀ ਹੈ ਤੇ ਕੀ ਜਿੰਨਾ ਇਹਦਾ VIP ਨਾਮ ਆ ਕੀ ਉਨਾ ਹੀ VIP ਟ੍ਰੀਟਮੈਂਟ ਵੀ ਭਾਲਦਾ। ਆਪਾਂ ਕਹਿੰਦੇ ਚੰਦਨ ਦਾ ਦਰਖਤ ਤਾਂ ਓਬਵੀਅਸਲੀ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਚੰਦਨ ਨੂੰ ਬਹੁਤ ਕੁਝ ਚਾਹੀਦਾ ਹੋਣਾ ਕਿਉਂਕਿ ਬੰਦਾ ਵੀ VIP ਹੈ ਨਾ ਤੇ ਦਰਖਤ ਵੀ ਹੈ। ਤਾਂ ਜਿਹਦੀਆਂ ਤੁਹਾਨੂੰ ਦੇਖਿਆ ਬਹੁਤ ਵਡੱਪਣ ਵਰਗੇ ਬਹੁਤ ਵੱਡੇ ਵੱਡੇ ਜਿਹੜਾ ਹੈਗੇ ਆ ਡਾਕੂ ਵੀ ਇਹਦਾ ਵਪਾਰ ਕਰਦੇ ਨੇ। ਉਹਨਾਂ ਨੇ ਅਰਬਾਂ ਰੁਪਏ ਜਿਹੜਾ ਕਰੋੜਾਂ ਰੁਪਏ ਇਹਨਾਂ ਤੋਂ ਕਮਾਇਆ। ਸੋ ਚੰਦਨ ਬਾਰੇ ਅੱਜ ਪੂਰੀ ਜਾਣਕਾਰੀ ਲਵਾਂਗੇ ਸਰਪੰਚ ਸਾਹਿਬ ਤੋਂ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜਾ ਹੈਗਾ ਚੰਦਨ ਹੈ ਨਾ ਤੁਸੀਂ ਜਿਹੜਾ ਆਪਦੇ ਖੇਤ ਦੇ ਵਿੱਚ 1 ਕਿੱਲਾ ਲਾਇਆ ਹੈ ਨਾ ਤੇ ਨਾਲ ਤੁਸੀਂ ਇਹਦੇ ਜਿਹੜੇ ਹੈਗੇ ਆ ਪੌਦੇ ਵੀ ਜਿਹੜਾ ਹੈਗਾ ਭਾਰਤ ਦੀਆਂ ਵੱਖ-ਵੱਖ ਜਗ੍ਹਾ ਤੇ ਭੇਜਦੇ ਹੋ। ਮੈਨੂੰ ਦੱਸੋ ਵੀ ਇਹਦੇ ਬਾਰੇ ਤੁਸੀਂ ਜਿਹੜਾ ਹੈਗਾ ਆਪਾਂ ਕਿ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਣਕਾਰੀ ਤੁਸੀਂ ਆਪੇ ਦੇ ਦਿਓ ਕਿਉਂਕਿ ਮੈਥੋਂ ਇੰਨੇ ਸਵਾਲ ਨਹੀਂ ਬਣਨੇ, ਤੁਹਾਨੂੰ ਜਿੰਨੀ ਜਾਣਕਾਰੀ ਹੈ। ਇਹ ਜੀ ਵੇਖੋ ਇਸ ਤਰ੍ਹਾਂ ਆ, ਮੇਰਾ ਮਕਸਦ ਇਹ ਸੀਗਾ ਵੀ ਅਸੀਂ ਖੇਤੀਬਾੜੀ ਨਾਲ ਜੁੜੇ ਹੋਏ ਆ ਤੇ ਖੇਤੀਬਾੜੀ ਦੀ ਜਿਹੜੀ ਸਾਨੂੰ
ਤਹਿ ਤੱਕ ਜਾਣਾ ਚਾਹੀਦਾ ਵੀ ਜ਼ਿਮੀਂਦਾਰ ਵੱਧ ਤੋਂ ਵੱਧ ਕਿਸ ਤਰ੍ਹਾਂ ਮੁਨਾਫਾ ਲੈ ਸਕਦਾ ਹੈ। ਅਜੇ ਤੱਕ ਅਸੀਂ ਜਿਹੜੀਆਂ ਨਾਰਮਲ ਖੇਤੀਆਂ ਕਣਕ ਝੋਨਾ ਸਰੋਂ ਉੱਥੇ ਤੱਕ ਹੀ ਅਸੀਂ ਜਿਹੜਾ ਆ ਆਪਣਾ ਸਮੇਟੇ ਗਏ ਆ। ਇਸ ਤੋਂ ਬਾਅਦ ਮੈਂ 2015 ਦੇ ਵਿੱਚ ਜਦੋਂ ਇਹ ਮਨ ਬਣਾਇਆ ਤੇ ਮੈਂ ਪੂਰੇ ਭਾਰਤ ਦੀ ਯਾਤਰਾ ਕੀਤੀ। ਇਹ ਭਾਰਤ ਦੀ ਯਾਤਰਾ ਕਰਕੇ ਤੁਸੀਂ ਸਾਰੀ ਰਿਸਰਚ ਹੈ ਨਾ ਸਾਰਾ ਕੰਮ ਕੀਤਾ, ਜਿਵੇਂ ਤੁਸੀਂ ਮੈਨੂੰ ਆਪਾਂ ਗੱਲਾਂ ਬਾਤਾਂ ਕਰਦੇ ਸੀਗੇ, ਤੁਸੀਂ 7 ਸਾਲ ਜਿਹੜਾ ਹੈਗਾ ਆਸੇ-ਪਾਸੇ ਗਏ ਹੋ ਜਿੱਥੇ ਗੁਰੂ ਸਾਹਿਬਾਨ ਦੇ ਦਰਖਤ ਸੀਗੇ। ਮੈਨੂੰ ਜੇ ਆਪਾਂ ਇਹਦੀ ਗੱਲ ਕਰੀਏ ਜੀ, ਹੁਣ ਜਿਹੜਾ ਚੰਦਨ ਹੈ ਇਹ ਪਹਿਲਾਂ ਤਾਂ ਕਿੰਨੇ ਤਾਪਮਾਨ 'ਚ ਹੁੰਦਾ ਤੇ ਕਿਹੋ ਜਿਹੀ ਮਿੱਟੀ 'ਚ ਹੁੰਦਾ ਜੀ? ਨਹੀਂ, ਇਹਦਾ ਮੈਂ ਸ਼ੁਰੂਆਤ ਤੋਂ ਤੁਹਾਨੂੰ ਦੱਸਣਾ ਚਾਹੁੰਦਾ ਸਾਂ। ਭਾਰਤ ਦੇ ਵਿੱਚ ਚੰਦਨ ਦੀ ਜਿਹੜੀ ਸ਼ੁਰੂਆਤ ਆ ਉਹ ਕਰਨਾਟਕ ਦੇ ਵਿੱਚੋਂ ਹੁੰਦੀ ਆ। ਕਰਨਾਟਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੰਦਨ ਜਿਹੜਾ ਆ ਉਗਾਇਆ ਜਾਂਦਾ ਤੇ ਜੰਗਲ ਵੀ ਲਗਭਗ ਚੰਦਨ ਦੇ ਹੀ ਆ ਜਿਹੜੇ ਪ੍ਰਾਕਿਰਤਿਕ ਆ। ਤੇ ਚੰਦਨ ਦਾ ਜਿਹੜਾ ਅੱਜ ਮਾਰਕੀਟ ਅੰਤਰਰਾਸ਼ਟਰੀ ਉਹ ਵੀ ਬੈਂਗਲੌਰ ਤੋਂ ਹੀ ਚੱਲਦਾ ਆ। ਕਰਨਾਟਕ ਦਾ ਇੱਕ ਬਹੁਤ ਵੱਡੀ ਜਗ੍ਹਾ ਆ ਜਿਹੜੀ ਬੈਂਗਲੌਰ, ਤੇ ਬੈਂਗਲੌਰ ਤੋਂ ਫਿਰ ਮੈਂ ਸੋਚਿਆ ਵੀ ਜਿੱਥੇ ਦਾ ਘਰ ਆ ਉੱਥੇ ਹੀ ਪਹਿਲੋਂ ਕਿਉਂ ਨਾ ਜਾਇਆ ਜਾਏ। ਉੱਥੇ ਜਾ ਕੇ ਤੇ ਸਰਕਾਰ ਦੀ ਕ੍ਰਿਸ਼ੀ ਵਿਗਿਆਨ ਕੇਂਦਰ ਹੁੰਦੇ, ਉੱਥੇ ਜਾ ਕੇ ਮੀਟਿੰਗ ਕੀਤੀ ਸ਼ਰਮਾ ਜੀ ਦੇ ਨਾਲ, ਜਿਹੜਾ ਇਹਦਾ ਸਾਇੰਟਿਸਟ ਸੀ। ਤੇ ਸ਼ਰਮਾ ਜੀ ਨੇ ਇਹਦੇ ਬਾਰੇ ਸਾਨੂੰ ਬੜੀ ਡੂੰਘੀ ਜਾਣਕਾਰੀ ਦਿੱਤੀ ਬਈ ਚੰਦਨ ਜਿਹੜਾ ਭਾਰਤ ਦੇ ਵਿੱਚ ਬਹੁਤ ਹੀ ਮਹਿੰਗਾ ਪ੍ਰੋਡਕਟ ਆ ਤੇ ਬਹੁਤ ਹੀ ਚੰਗਾ ਆ, ਕਿਸੇ ਵੀ ਜਗ੍ਹਾ ਤੇ ਉਗਾਇਆ ਜਾ ਸਕਦਾ ਆ। ਹੁਣ ਇਹਦੇ ਬਾਅਦ ਮੈਂ ਉਹਦੇ ਨਾਲ 2-3 ਪ੍ਰਸ਼ਨ ਕੀਤੇ ਬਈ ਸ਼ਰਮਾ ਜੀ ਤੁਸੀਂ ਇਹ ਦੱਸੋ ਵੀ ਪਹਿਲੀ ਗੱਲ ਤੇ ਸੱਪ ਆ ਜਿਹੜਾ, ਇਹਦੇ ਵੇਦ ਸ਼ਾਸਤਰ ਵੀ ਗਵਾਹ ਨੇ ਤੇ ਚੰਦਨ ਤੇ ਆਉਂਦੇ, ਇਹਦੇ ਬਾਰੇ ਕੀ ਕਹਿਣਾ? ਸ਼ਰਮਾ ਜੀ ਨੇ ਦੱਸਿਆ ਵੀ ਹਿੰਦੁਸਤਾਨ ਦੇ ਵਿੱਚ 200 ਵੈਰਾਈਟੀ ਆ ਸੱਪਾਂ ਦੀ, ਜਿਹਦੇ ਵਿੱਚ 199 ਵੈਰਾਈਟੀਆਂ ਦੇ ਕੋਲ ਨਹੀਂ ਆਉਣਗੀਆਂ, ਇੱਕ ਵੈਰਾਈਟੀ ਆਊਗੀ। ਔਰ ਉਹ ਵੈਰਾਈਟੀ ਜ਼ਿਆਦਾਤਰ ਕਰਨਾਟਕ ਦੇ ਵਿੱਚ ਪਾਈ ਜਾਂਦੀ ਆ। ਕਰਨਾਟਕ ਦੇ ਵਿੱਚ ਉਹਦੀ ਅਵਸਥਾ ਜਿਸ ਤਰ੍ਹਾਂ ਮੱਝ ਗਾਂ ਹੀਟ ਤੇ ਆਉਂਦੀ ਆ, ਤੇ ਇਸ ਤਰ੍ਹਾਂ 2-3 ਵਾਰ ਸਾਲ ਦੇ ਵਿੱਚ ਉਹਦੀ ਅਵਸਥਾ ਬਣਦੀ ਆ ਜਦੋਂ ਮੰਨ ਲਓ ਉਹਨਾਂ ਨੇ ਮੀਟਿੰਗ ਕਰਨੀ ਹੁੰਦੀ। ਹਾਂ, ਤੇ ਉਦੋਂ ਸੱਪ ਦੇ ਵਿੱਚ ਬਹੁਤ ਜ਼ਿਆਦਾ ਹੀਟ ਹੁੰਦੀ ਆ ਤੇ ਇਹਦੇ ਵਿੱਚ ਠੰਡਾਈ ਹੁੰਦੀ ਆ। ਉਹ ਫਿਰ ਚੰਦਨ ਦੇ ਨਾਲ ਆ ਕੇ ਲਿਪਟਦਾ ਘੰਟਾ ਅੱਧਾ ਘੰਟਾ ਤੇ ਉਹਦੇ ਨਾਲ ਉਹਨੂੰ ਆਰਾਮ ਮਿਲਦਾ। ਇਸ ਤੋਂ ਬਾਅਦ ਉਹ ਤੁਰ ਜਾਂਦਾ। ਇਹ ਨਹੀਂ ਹੈਗਾ ਵੀ ਉਹ 12 ਮਹੀਨੇ ਉਹਦੇ ਤੇ ਘਰ ਬਣਾ ਕੇ ਬੈਠਾ ਰਹੂਗਾ। ਨਹੀਂ ਤਾਂ ਨਾਰਮਲ ਤਾਂ ਬਾਪੂ ਸੁਣਦੇ ਆ ਨਾ ਵੀ ਕਿਤੇ ਸਾਰੀ ਦਿਹਾੜੀ ਚੰਦਨ ਦੇ ਨਾਲ ਹੀ ਲਪੇਟਾ ਮਾਰੀ ਬੈਠਾ ਹੋਣਾ, ਤਾਂ ਕਰਕੇ ਕੋਈ ਲਾਉਂਦਾ ਨਹੀਂ। ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਹੁਣ ਆਪਾਂ ਆ ਜਾਈਏ ਦੂਸਰੇ ਰਾਜਾਂ ਤੇ ਉਹਨਾਂ ਦਾ ਇਹ ਕਹਿਣਾ ਸੀ ਸਾਇੰਟਿਸਟ ਦਾ ਵੀ ਪਹਿਲੀ ਗੱਲ ਤੇ ਦੂਜੇ ਰਾਜਾਂ 'ਚ ਹੈ ਹੀ ਨਹੀਂ ਉਹ ਵੈਰਾਈਟੀ ਸੱਪ ਦੀ ਕਰਨਾਟਕ ਤੋਂ ਇਲਾਵਾ। ਜੇ ਅਗਰ ਹੋਊਗੀ ਵੀ ਤੇ ਉਹ ਬਿਲਕੁਲ 1 ਜਾਂ 0.5% ਹੋਊਗੀ ਵੈਰਾਈਟੀ ਉਹ, ਤੇ ਉਸ ਵੈਰਾਈਟੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਆ। ਉਹ ਜਦੋਂ ਉਹਦੀ ਅਵਸਥਾ ਬਣੀ ਸੱਪ ਦੀ ਹੀਟ ਤੇ ਆਉਣਾ, ਉਦੋਂ ਹੀ ਉਹਨੇ ਲਿਪਟਣਾ। ਇਸ ਤੋਂ ਬਾਅਦ ਉਹਨੇ ਤੁਰ ਜਾਣਾ ਆ, ਅੱਗੇ ਚਲੇ ਜਾਣਾ ਆ। ਇਹ ਨਹੀਂ ਆ ਵੀ ਉਹਦੇ ਤੇ 12 ਮਹੀਨੇ ਉਹਨੇ ਲਿਪਟੇ ਰਹਿਣਾ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਦੂਸਰਾ ਮੇਰਾ ਪ੍ਰਸ਼ਨ ਸੀਗਾ, ਮੈਂ ਜਿਸ ਤਰ੍ਹਾਂ ਜ਼ਿਆਦਾਤਰ ਆਪਾਂ ਲੋਕਾਂ ਕੋਲ ਸੁਣਦੇ ਸਾਂ ਵੀ ਗੌਰਮੈਂਟ ਦਾ ਉੱਤੇ ਪ੍ਰਤੀਬੰਧ ਆ, ਤੇ ਜ਼ਿਮੀਂਦਾਰ ਸੋਚਦਾ ਯਾਰ ਆਪਾਂ ਇਹ ਪੇੜ ਲਾ ਕੇ ਕਿਉਂ ਉਲਝਣ ਦੇ ਵਿੱਚ ਪੈਣਾ ਜੇ ਗੌਰਮੈਂਟ ਦਾ ਪ੍ਰਤੀਬੰਧ ਆ। ਗੌਰਮੈਂਟ ਦਾ ਪ੍ਰਤੀਬੰਧ ਇਹਦੇ ਉੱਤੇ ਬਿਲਕੁਲ ਨਹੀਂ ਹੈਗਾ। ਗੌਰਮੈਂਟ ਦਾ ਪ੍ਰਤੀਬੰਧ ਹੈ ਆ ਤੇ ਜੰਗਲਾਤ ਦੇ ਉੱਤੇ ਆ। ਜੰਗਲਾਤ ਤੇ ਤੁਸੀਂ ਚੰਦਨ ਕੀ ਜੇ ਨਿੰਮ ਦਾ ਦਰਖਤ ਵੀ ਕੱਟੋਗੇ ਤੇ ਉਹਦੇ ਤੇ ਵੀ ਪ੍ਰਤੀਬੰਧ ਆ। ਆਪਣੀ ਖੇਤੀ ਜਿਹੜੀ ਆ ਉਹਦੇ ਵਿੱਚ ਜ਼ਮੀਨ 'ਚ ਆਪਾਂ ਇਹਨੂੰ ਉਗਾਵਾਂਗੇ, ਕੋਈ ਪ੍ਰਤੀਬੰਧ ਨਹੀਂ ਹੈਗਾ। ਜਾਂ ਪ੍ਰਤੀਬੰਧ ਹੈ ਆ ਤੇ ਵਿਦੇਸ਼ 'ਚ ਨਿਰਯਾਤ ਕਰਨ ਤੇ ਆ। ਨਿਰਯਾਤ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਆ ਤੇ ਉਹ ਵਿਦੇਸ਼ਾਂ 'ਚ ਨਿਰਯਾਤ ਕਰਦੇ। ਜ਼ਿਮੀਂਦਾਰ ਤੇ ਨਾ ਵਿਦੇਸ਼ ਵਿੱਚ ਨਿਰਯਾਤ ਕਰਨੀ ਤੇ ਨਾ ਜੰਗਲ 'ਚੋਂ ਕੱਟਣਾ। ਉਹਨੇ ਤੇ ਆਪਣੇ ਜਿਹੜਾ ਨਿੱਜੀ ਖੇਤ ਆ ਉਹਦੇ ਵਿੱਚ ਲਾਉਣਾ ਤੇ ਨਿੱਜੀ ਖੇਤ ਦੇ ਵਿੱਚ ਉਹਨੂੰ ਲਾਉਣ ਦਾ ਅਧਿਕਾਰ ਆ। ਮੈਂ ਇਹਦੀ ਪੂਰੀ ਗਾਈਡਲਾਈਨ ਵੀ ਤੁਹਾਨੂੰ ਦਊਂਗਾ। ਸਰਕਾਰ ਦੀ ਜਿਹੜੀ ਆ गाइडलाइन ਦੇ ਵਿੱਚ ਲਿਖਿਆ ਹੋਇਆ स्पष्ट भी चंदन उगाने लगाने और बेचने पर कोई प्रतिबंध नहीं है। ओके ठीक है। हुण इत्थों ਜ਼ਮੀਂਦਾਰ ਭਰਮਤ ਸੀਗਾ, ਬਹੁਤ ਵੱਡਾ ਮੁਨਾਫਾ ਲੈ ਸਕਦਾ ਸੀ। ਤੇ ਇਹ 2 ਪੁਆਇੰਟ ਹੋ ਗਏ, ਸੱਪ ਵਾਲਾ ਤੇ ਗੌਰਮੈਂਟ ਵਾਲਾ। ਤੀਸਰੇ ਪੁਆਇੰਟ ਤੇ ਆਓ। ਤੀਸਰਾ ਪੁਆਇੰਟ ਕੀ ਆ ਕਿ ਇਹ ਜਿਹੜਾ ਚੰਦਨ ਆ ਇਹ 12 ਤੋਂ 20 ਸਾਲ ਦੇ ਵਿੱਚ ਇਹਨੇ ਤਿਆਰ ਹੋਣਾ। ਉਹ ਜ਼ਮੀਨ ਉੱਤੇ ਡਿਪੈਂਡ ਕਰਦਾ ਤੇ ਜ਼ਿਮੀਂਦਾਰ ਉੱਤੇ। ਹੁਣ ਜ਼ਿਮੀਂਦਾਰ ਸੋਚਦਾ ਵੀ ਜੇ 15-20 ਸਾਲਾਂ ਦੇ ਵਿੱਚ ਇਹਦਾ ਮੈਨੂੰ ਕਰੋੜ ਰੁਪਈਆ ਮਿਲ ਵੀ ਜਾਇਆ ਤੇ ਉਦੋਂ ਤੱਕ ਪਤਾ ਨਹੀਂ ਮੈਂ ਰਹਿਣਾ ਕਿ ਨਹੀਂ ਰਹਿਣਾ। ਆਮ ਤੌਰ ਲੋਕਾਂ ਦੀ ਮਾਨਸਿਕਤਾ ਇਹ ਹੁੰਦੀ ਆ, ਪਰ ਇਹ ਮੇਰੀ ਮਾਨਸਿਕਤਾ ਨਹੀਂ ਆ। ਅੱਛਾ, ਮੇਰੀ ਵਿਅਕਤੀਗਤ ਮਾਨਸਿਕਤਾ ਇਹ ਆ ਵੀ ਜਿਹੜਾ ਅਸੀਂ ਇੱਥੇ ਕਰੋੜਾਂ ਰੁਪਈਆਂ ਦੀਆਂ ਪ੍ਰਾਪਰਟੀਆਂ, ਕੋਠੀਆਂ, ਮਕਾਨ, ਜ਼ਮੀਨਾਂ ਛੱਡ ਜਾਣੀਆਂ ਤੇ ਚੰਦਨ ਵੀ ਛੱਡ ਜਾਵਾਂਗੇ ਜੇ ਇਸ ਦੁਨੀਆ ਤੋਂ ਜਾਵਾਂਗੇ ਤੇ। ਪਰ ਅਸੀਂ ਕੁਝ ਦੇ ਕੇ ਜਾਈਏ ਦੇਸ਼ ਨੂੰ, ਕੁਝ ਪਰਿਵਾਰ ਨੂੰ ਦੇ ਕੇ ਜਾਈਏ। ਪਰਿਵਾਰ ਨੂੰ ਤੇ ਦੇਸ਼ ਦਾ ਮੈਂ ਜ਼ਿਕਰ ਇਹ ਕੀਤਾ। ਅੱਜ ਇਹ ਪੇੜ 1 ਕਿੱਲੇ ਦੇ ਵਿੱਚੋਂ ਸਾਡਾ 2 ਕਰੋੜ ਦਾ ਜਾਂ 3 ਕਰੋੜ ਦਾ ਹੁੰਦਾ ਤੇ ਸਾਡੇ ਦੇਸ਼ ਦੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਹੋਊਗੀ। ਮੇਰੇ ਜਿਹੜੇ ਆਉਣ ਵਾਲੇ ਪੋਤੇ ਆ
ਉਹਨਾਂ ਦੀ ਸਥਿਤੀ ਬਹੁਤ ਮਜ਼ਬੂਤ ਹੋਊਗੀ। ਮਤਲਬ ਤੁਸੀਂ ਐਫਡੀ ਦੇ ਤੌਰ ਤੇ ਸੋਚਦੇ ਹੋ? ਐਫਡੀ ਦੇ ਤੌਰ ਤੇ ਪੋਤਰੇ ਦੀ ਐਫਡੀ ਹੋ ਗਈ। ਦੇਸ਼ ਵਾਸੀਆਂ ਨੂੰ 2 ਕਰੋੜ ਜਿਹੜਾ ਆ ਅਸੀਂ ਉਤਪਾਦਨ ਦਿੱਤਾ। ਜਿਹੜੇ ਨੋਟ ਛਾਪਦੇ ਆ ਨਾ, ਉਹ ਨੋਟ ਛਾਪਦੇ ਜਿਹੜੇ ਗੌਰਮੈਂਟ ਜਿਹੜਾ ਉਤਪਾਦਨ ਉਹਦੇ ਆਧਾਰ ਤੇ ਛਾਪਦੀ ਆ। ਐ ਨਹੀਂ ਹੈਗਾ ਵੀ ਉਹ ਰਾਤ ਦਿਨ ਲੱਗੇ ਰਹਿਣ ਤੇ ਅਰਬਾਂ ਰੁਪਈਆ ਛਾਪ ਦੇਣ, ਉਹਦੇ ਕੋਈ ਵੈਲਿਊ ਨਹੀਂ ਰਵੇ। ਉਤਪਾਦਨ ਸਭ ਤੋਂ ਵੱਡੀ ਚੀਜ਼ ਆ। ਮਤਲਬ ਕਿ ਬਾਪੂ ਤੁਸੀਂ ਕਹਿੰਦੇ ਵੀ ਜੇਕਰ ਮੰਨ ਲਓ ਕਿਸੇ ਦਾ ਬੱਚਾ ਹੋਇਆ ਇੱਕ ਤਰ੍ਹਾਂ ਦਾ, ਬਾਪੂ ਦਾ ਮੋਟੇ ਤੌਰ ਤੇ ਇਹ ਕਹਿਣਾ ਵੀ ਜਿਵੇਂ ਆਪਣਾ ਜਵਾਕ ਹੋਇਆ ਹੈ ਨਾ, ਤੇ ਅਸੀਂ ਸਾਡੇ ਕੋਲੇ ਬਹੁਤ ਘੱਟ ਜਿਹੜਾ ਹੈਗਾ ਜ਼ਿਮੀਂਦਾਰ ਭਰਾਵਾਂ ਕੋਲੇ ਇਹ ਹੁੰਦਾ ਵੀ ਯਾਰ ਅਸੀਂ ਜੰਮਾ ਉਹਦੀ ਐਫਡੀ ਨਹੀਂ ਕਰਾ ਸਕਦੇ। ਅਸੀਂ ਤਾਂ ਕੋਈ ਮੰਨ ਲਓ ਕੋਈ ਬੀਮੇ ਵਾਲਾ ਨਵਾਂ ਕੋਈ ਆਏ ਨਹੀਂ ਭਰਦੇ ਕਿਸ਼ਤ, ਕਿਉਂਕਿ ਸਾਡਾ ਹੋਣਾ ਨਹੀਂ। ਬਾਪੂ ਦਾ ਮੋਟੇ ਤੌਰ ਤੇ ਕਹਿਣਾ ਵੀ ਜੇਕਰ ਯਾਰ ਜਿਵੇਂ ਤੁਹਾਡੇ ਬੱਚਾ ਹੋਇਆ ਤੇ ਨਾਲ ਤੁਸੀਂ ਜੇਕਰ ਕੁਝ ਬੂਟੇ ਚੰਦਨ ਦੇ ਲਾ ਦਿਓ ਖੇਤ ਦੇ ਵਿੱਚ, ਤੇ ਜਿਵੇਂ ਜਿਵੇਂ ਬੱਚਾ ਗਰੋ ਹੋਊਗਾ ਉਵੇਂ ਉਵੇਂ ਜਿਹੜਾ ਚੰਦਨ ਗਰੋ ਹੋ ਜਾਊਗਾ, ਤੇ 12 ਤੋਂ 20 ਸਾਲ ਮਤਲਬ ਜਵਾਕ ਵੀ 20 ਸਾਲ ਦੇ ਗਰੋ ਦਾ, ਤੇ 20 ਸਾਲ ਦਾ ਤੁਹਾਡਾ ਬੂਟਾ ਜਿਹੜਾ ਹੈਗਾ ਫਲ ਦੇਣਾ ਸ਼ੁਰੂ ਹੋ ਜੂ। ਉਧਰਲੇ ਪਾਸੇ ਤੁਹਾਡੇ ਬੱਚੇ ਦੇ ਖਰਚੇ ਆਉਣੇ ਆ, ਤੇ ਉਦੋਂ ਨੂੰ ਜਿਹੜਾ ਹੈਗਾ ਤੁਹਾਡਾ ਕਰੋੜਾਂ ਰੁਪਏ ਦਾ ਜਿਹੜਾ ਚੰਦਨ ਤਿਆਰ ਹੋ ਜਾਊ। ਇੰਨਾ ਹੀ ਨਹੀਂ ਇਹਦੇ ਵਿੱਚ ਕੀ ਆ, ਜਿਸ ਤਰ੍ਹਾਂ ਪੇੜ ਨੇ ਚੌਥੇ ਸਾਲ ਤੋਂ ਬਾਅਦ ਇਹਨੂੰ ਬੀਜ ਆਉਣਾ ਸ਼ੁਰੂ ਹੋ ਜਾਣਾ ਆ। ਇਹਦਾ ਬੀਜ ਵੀ ਵਿਕਣਾ ਚੌਥੇ ਸਾਲ ਤੋਂ। ਇਨਕਮ ਆਮ ਜਿਹੜੀ ਫਸਲ ਦੀ ਇਨਕਮ ਹੈ ਉਨੀ ਦੇਣ ਲੱਗ ਜਾਣਾ ਇਹਨੇ। ਅੱਛਾ ਜੀ। ਇਹਦਾ ਜਿਹੜਾ ਬੀਜ ਆ ਨਾ, ਉਹ ਬੀਜ ਦੇ ਵਿੱਚੋਂ ਤੇਲ ਨਿਕਲਦਾ। ਜਿਸ ਤਰ੍ਹਾਂ ਬਦਾਮ ਹੁੰਦਾ ਨਾ, ਇਸ ਤਰ੍ਹਾਂ ਦਾ ਬਹੁਤ ਹਾਰਡ ਹੁੰਦੀ ਜਿਹੜੀ ਇਹਦੀ ਗੁਠਲੀ ਹੁੰਦੀ ਆ, ਹਾਰਡ ਗੁਠਲੀ ਹੁੰਦੀ ਆ। ਉਹ ਜਿਹੜਾ ਬੀਜ ਆ, ਇਹਦਾ ਬੀਜ 2000 ਤੋਂ ਲੈ ਕੇ 4000 ਰੁਪਏ ਪ੍ਰਤੀ ਕਿਲੋ ਵਿਕਦਾ ਆ। ਔਰ ਇਹ ਚੰਦਨ ਦੇ ਬੀਜ ਤੋਂ ਸਾਨੂੰ ਕਾਫੀ ਚੰਗਾ ਮੋਟਾ ਮੁਨਾਫਾ ਹੋ ਸਕਦਾ ਆ। ਹਿੰਦੁਸਤਾਨ ਦੇ ਵਿੱਚ ਤੇ ਇਹਦੇ ਬੀਜ ਤੋਂ ਔਸ਼ਧੀ ਦਵਾਈਆਂ ਤੇ ਜਿਹੜੀਆਂ ਸਾਡੀਆਂ ਬੀਬੀਆਂ ਪ੍ਰੋਡਕਟ ਆਉਂਦੀਆਂ ਉਹ ਬਣਦੇ ਆ। ਪਰ ਇਟਲੀ ਦੇ ਵਿੱਚ ਇਹਦੀ ਦਾਰੂ ਬਣਦੀ, ਸ਼ਰਾਬ। ਇੱਕ ਬੋਤਲ ਦੀ ਕੀਮਤ 11 ਲੱਖ ਰੁਪਈਆ ਆ। 11 ਲੱਖ ਰੁਪਏ ਦੀ? 11 ਲੱਖ ਦੀ ਜਿਹੜਾ ਇਹਦੇ ਬੀਜ ਦੇ ਵਿੱਚੋਂ ਤੇਲ ਨਿਕਲ ਕੇ ਦਾਰੂ ਬਣਨੀ ਆ। ਬਾਪੂ ਦਾ ਕਮਾਲ ਹੀ ਕਰੀ ਆਉਂਦਾ ਜਿਹੜਾ ਹੈਗਾ। ਕਹਿੰਦਾ ਬਾਪੂ ਕਹਿੰਦਾ ਵੀ ਜਿਹੜਾ ਚੰਦਨ ਦੀ ਸ਼ਰਾਬ ਬਣਦੀ ਇਟਲੀ ਦੇ ਵਿੱਚ, ਉਹਦੀ ਕੀਮਤ ਇੱਕ ਬੋਤਲ ਦੀ 11 ਲੱਖ ਹੈ, ਤੇ ਉਹ ਬੀਆਂ ਦੀ ਬਣਦੀ ਹੈ। ਬੀਆਂ ਦੀ ਬਣਦੀ ਤੇ ਬੀ ਜਿਹੜਾ ਹੈਗਾ ਇਹ ਚੌਥੇ ਸਾਲ ਦੇਣਾ ਸ਼ੁਰੂ ਹੋ ਜਾਂਦਾ। ਮੰਨ ਲਾ ਜੇ ਇੱਕ ਬਾਪੂ ਜਿਵੇਂ ਮੰਨ ਲਓ ਇੱਕ ਬੂਟੇ ਤੋਂ ਕਿੰਨਾ ਕੁ ਬੀ ਆ ਜਾਂਦਾ ਚੌਥੇ ਸਾਲ 'ਚ? ਹਾਂ, ਇੱਕ ਬੂਟੇ ਦੇ ਉੱਤੋਂ ਬੀਜ ਜੇ ਚੰਗੀ ਜ਼ਿਮੀਂਦਾਰ ਦੇਖਭਾਲ ਕਰੇ, ਪਾਣੀ ਧਾਣੀ ਨਿੰਦਾਈ ਗੁਡਾਈ ਉਹਦੀ ਕਰਦਾ ਰਵੇ, ਤੇ ਇੱਕ ਬੂਟੇ ਦੇ ਉੱਤੋਂ ਆਪਾਂ ਨੂੰ 5 ਕਿਲੋ ਤੋਂ ਲੈ ਕੇ 10 ਕਿਲੋ ਬੀਜ ਮਿਲ ਜਾਂਦਾ। 10 ਕਿਲੋ ਕਿੰਨੇ ਕੁ ਦਾ ਵਿਕ ਜਾਂਦਾ? ਇਹ 2000 ਤੋਂ ਲੈ ਕੇ 4000 ਰੁਪਏ ਕਿਲੋ ਦਾ ਰੇਟ ਰਹਿੰਦਾ ਆ। ਜੇ ਤੇ ਥੋਕ ਦਾ ਵਪਾਰੀ ਲਊਗਾ ਤੇ ਉਹਨੇ 2000, ਤੇ ਜੇ ਉਸ ਤਰ੍ਹਾਂ ਲੈਣਗੇ ਤੇ ਉਹ 3000 4000 ਵੀ ਜਾ ਸਕਦਾ। ਮਗਰ ਚੌਥੇ ਸਾਲ ਚੰਦਨ ਜਿਹੜਾ ਹੈਗਾ 20 ਤੋਂ 40000 ਰੁਪਇਆ ਇੱਕ ਬੂਟਾ ਹੀ ਦੇ ਦਿੰਦਾ। ਠੀਕ ਹੈ। ਤੇ ਬਾਪੂ ਹੁਣ ਆਪਾਂ ਗੱਲ ਦੂਸਰੇ ਪੋਜੀਸ਼ਨ ਤੇ ਆਪਾਂ ਆਈਏ। ਜਿਹੜਾ ਇਹ ਬੇਟੀ ਬੇਟੇ ਦੀ ਮੈਂ ਗੱਲ ਕਰ ਰਿਹਾ ਸਾਂ, ਵੇਖੋ ਜਦੋਂ ਤੱਕ ਸੰਸਾਰ ਰਹਿਣਾ ਉਦੋਂ ਤੱਕ ਸਾਡੀ ਉਤਪੱਤੀ ਹੋਣੀ ਆ। ਅੱਜ ਜ਼ਿਮੀਂਦਾਰ ਆ ਜਿਹੜਾ ਬੇਟੇ ਬੇਟੀਆਂ ਦੀ ਐਫਡੀ ਨਹੀਂ ਕਰਾ ਪਾਉਂਦਾ, ਕਿਸੇ ਕਾਰਨ ਉਹਨੇ ਕਰਾ ਵੀ ਦਿੱਤੀ ਤੇ ਉਹਨੂੰ ਕੋਈ ਘਰ ਦੇ ਵਿੱਚ ਮੁਸ਼ਕਲ ਆ ਗਈ, ਮੁਸੀਬਤ ਆ ਗਈ, ਤਾਂ ਉਹ ਐਫਡੀ ਵੀ ਟੁੱਟ ਜਾਂਦੀ ਆ। ਪਰ ਮੇਰਾ ਇਹ ਦਾਵਾ, ਇਹ ਐਫਡੀ ਟੁੱਟਣ ਵਾਲੀ ਨਹੀਂ ਆ। ਜੇ ਤੁਹਾਡੇ ਘਰ ਵਿੱਚ ਬੇਟੀ ਪੈਦਾ ਹੋ ਗਈ ਤੇ ਤੁਸੀਂ 5 ਪੇੜ ਚੰਦਨ ਦੇ ਲਾ ਦਿਓ। ਬੇਟੀ ਨੇ 20 ਸਾਲਾਂ ਦੇ ਵਿੱਚ ਸ਼ਾਦੀ ਯੋਗ ਹੋਣਾ, ਉਦੋਂ ਤੁਹਾਡੇ ਹੱਥ ਦੇ ਵਿੱਚ 10 ਤੋਂ ਲੈ ਕੇ 20 ਲੱਖ ਰੁਪਈਆ ਹੋਊਗਾ। ਬਿਲਕੁਲ 5 ਪੇੜਾਂ ਨਾਲ ਹੀ ਤੁਹਾਨੂੰ ਬੇਟੀ ਤੁਹਾਡੇ ਵਾਸਤੇ ਬੋਝ ਨਹੀਂ। ਅਗਰ ਬੇਟਾ ਪੈਦਾ ਹੋ ਗਿਆ ਤੇ ਬੇਟੇ ਦੇ ਨਾਂ ਦੇ ਤੁਸੀਂ 5 ਪੇੜ ਲਾ ਦਿਓ। ਜਦੋਂ ਬੇਟਾ ਜਵਾਨ ਹੋ ਜੂ, ਸ਼ਾਦੀ ਲਾਇਕ ਹੋ ਜੂ, ਉਦੋਂ ਤੁਹਾਡੇ ਹੱਥ ਦੇ ਵਿੱਚ ਬਿਜ਼ਨਸ ਵੀ ਉਹਨੂੰ ਕਰਾ ਸਕਦੇ ਜੇ, ਤੇ ਸ਼ਾਦੀ ਵੀ ਕਰ ਸਕਦੇ ਜੇ। ਸਾਨੂੰ ਕੋਈ ਪ੍ਰਾਪਰਟੀ ਵੇਚਣ ਦੀ ਲੋੜ ਜਾਂ ਕਰਜ਼ ਲੈਣ ਦੀ ਲੋੜ ਨਹੀਂ ਆ। ਜੇ ਵਿੱਚ ਜਿਸ ਤਰ੍ਹਾਂ ਦੇ ਮਰਜ਼ੀ ਉਤਾਰ ਚੜਾਅ ਆਉਂਦੇ ਰਹਿਣ, ਪਰ ਇਹ ਐਫਡੀ ਟੁੱਟਣ ਵਾਲੀ ਨਹੀਂ ਆ। ਬਿਲਕੁਲ। ਇਹ ਐਫਡੀ ਜਿਹੜੀ ਆ, ਇਹ ਐਸੀ ਐਫਡੀ ਆ ਵੀ ਜਿਹੜੀ ਸਾਨੂੰ ਜ਼ਿਮੀਂਦਾਰ ਨੂੰ ਰੋਜ਼ ਪੈਸੇ ਦੀ ਲੋੜ ਰਹਿੰਦੀ ਆ। ਕੋਈ ਮੌਕਾ ਇਹੋ ਜਿਹਾ ਹੁੰਦਾ, ਰੋਜ਼ ਪੈਸਾ ਤੇ ਚੱਲਣਾ ਹੀ ਆ ਜਿਹੜਾ ਪਰਿਵਾਰ ਚਲਾਉਣ ਲਈ। 6 ਮਹੀਨੇ ਬਾਅਦ ਲੋੜ, ਸਾਲ ਬਾਅਦ, 5 ਸਾਲ ਬਾਅਦ, 10 ਸਾਲ, 20 ਸਾਲ ਬਾਅਦ ਅਸੀਂ ਬੇਟੇ ਤੇ ਬੇਟੇ ਦੀ ਸ਼ਾਦੀ ਕਰਨਾ ਤੈਅ ਹੁੰਦੀ ਆ। ਉਦੋਂ ਫਿਰ ਇਹ ਸਾਨੂੰ ਬਹੁਤ ਵੱਡਾ ਇੱਕ ਸਾਡੇ ਵਾਸਤੇ ਪੈਸਾ ਦਊਗਾ। ਤੇ ਬਾਪੂ ਜੇ ਇੱਕ ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਜਿਹੜਾ ਪਰਿਆਵਰਣ ਆ ਜਿਹੜਾ, ਉਹ ਬਹੁਤ ਵੱਡਾ ਮਹੱਤਵਪੂਰਨ ਚੀਜ਼। ਪਰਿਆਵਰਣ ਆ ਜਿਹੜਾ, ਸ਼ੁੱਧ ਵਾਤਾਵਰਣ ਤੇ ਆਕਸੀਜਨ ਪਹਿਲਾਂ ਸੁਣਦੇ ਰਹਿੰਦੇ ਸਾਂ, ਕਿਤਾਬਾਂ 'ਚ ਪੜ੍ਹਦੇ ਹਾਂ ਤੇ ਸੁਣਦੇ ਹਾਂ ਆਕਸੀਜਨ, ਪਰ ਉਹਦਾ ਪੂਰੇ ਮਹੱਤਵ ਦਾ ਪਤਾ ਨਹੀਂ ਸੀ। ਕਰੋਨਾ ਕਾਲ ਦੇ ਵਿੱਚ ਉਹਦਾ ਮਹੱਤਵ ਦਾ ਪਤਾ ਲੱਗ ਗਿਆ ਭਈ ਆਕਸੀਜਨ ਤੋਂ ਬਿਨਾਂ ਜਾਨਾਂ ਜਾਣ ਰਹੀਆਂ, ਤੇ ਸਰਕਾਰ ਦੀ ਨੀਂਦ ਉੱਡ ਗਈ ਸੀ। ਤੇ ਆਕਸੀਜਨ ਤਿਆਰ ਕਰਕੇ ਤੇ ਆਕਸੀਜਨ ਨੂੰ ਫਿਰ ਬਚਾਉਣ ਦਾ ਯਤਨ ਕਰ ਰਹੀ ਸੀ ਸਰਕਾਰ। ਇਹ ਜਿਹੜਾ ਅਨਮੋਲ ਆਕਸੀਜਨ ਵੀ ਅਸੀਂ ਦੇਸ਼ ਵਾਸੀਆਂ ਨੂੰ ਦੇਵਾਂਗੇ, ਹਰਿਆਲੀ ਵੀ ਦੇਵਾਂਗੇ। ਹਰਿਆਲੀ ਵੀ ਬਹੁਤ ਜ਼ਰੂਰੀ ਆ। ਜਿੱਥੇ ਹਰਿਆਲੀ ਉੱਥੇ ਖੁਸ਼ਹਾਲੀ। ਉੱਥੇ ਅਸੀਂ ਖੁਸ਼ਹਾਲੀ ਵੀ ਦੇਵਾਂਗੇ ਤੇ ਹਰਿਆਲੀ ਵੀ ਦੇਵਾਂਗੇ, ਆਕਸੀਜਨ ਵੀ ਦੇਵਾਂਗੇ। ਆਕਸੀਜਨ ਹੋਊਗਾ ਤੇ ਸਾਨੂੰ ਸਾਹ ਸੌਖਾ ਹੋਊਗਾ। ਇਸ ਕਰਕੇ ਇਹਦੇ ਨਾਲ ਅਨੇਕ ਫਾਇਦੇ ਨੇ। ਦੂਸਰੀ ਗੱਲ ਮਹੱਤਵਪੂਰਨ ਜਿਹੜੀ ਮੈਂ ਗੱਲ ਕੀਤੀ ਆ, ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਅਸੀਂ 85% ਜਿਹੜਾ ਆ ਚੰਦਨ ਅਸੀਂ ਪੂਰੇ ਵਰਲਡ ਨੂੰ ਦਿੰਦੇ ਆ।
ਪੂਰੇ ਵਰਲਡ ਨੂੰ ਜੇ ਅੱਜ ਬਹੁਤ ਵੱਡਾ ਐਕਸਪੋਰਟ ਹੈ ਇੰਡੀਆ। ਹਾਂਜੀ ਬਹੁਤ ਵੱਡਾ। ਜਿਹੜਾ ਬਾਹਰੋਂ ਸਾਡੀ ਸਰਕਾਰ ਦੇ ਕੋਲ ਮੁਦਰਾ ਆਊਗਾ ਉਹਦੇ ਨਾਲ ਸਾਡੇ ਦੇਸ਼ ਦੀ ਜਿਹੜੀ ਆਰਥਿਕ ਸਥਿਤੀ ਮਜ਼ਬੂਤ ਹੋਊਗੀ। ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਸਾਡਾ ਮੁਦਰਾ ਬਾਹਰ ਜਾਣ ਡਿਆ, ਸਾਡਾ ਦੇਸ਼ ਕਮਜ਼ੋਰ ਹੋ ਰਿਹਾ। ਜਦੋਂ ਬਾਹਰੋਂ ਮੁਦਰਾ ਸਾਡੇ ਦੇਸ਼ ਵਿੱਚ ਆਊ ਤੇ ਸਾਡਾ ਦੇਸ਼ ਮਜ਼ਬੂਤ ਹੋਊਗਾ, ਸਾਡਾ ਪਰਿਵਾਰ ਮਜ਼ਬੂਤ ਹੋਊਗਾ। ਇਸ ਕਰਕੇ ਵੀ ਇਹਨੂੰ ਅਸੀਂ ਧਿਆਨ 'ਚ ਰੱਖਦੇ ਕਿ ਇਹ ਚੀਜ਼ ਬੜੀ ਆਸਾਨੀ ਨਾਲ ਇੱਥੇ ਉਗਾਈ ਸਕਦੀ ਆ ਤੇ ਜ਼ਿਮੀਂਦਾਰਾਂ ਭਰਾਵਾਂ ਨੂੰ ਇਹਦਾ ਲਾਭ ਲੈਣਾ ਚਾਹੀਦਾ, ਵੱਧ ਤੋਂ ਵੱਧ ਲੈਣਾ ਚਾਹੀਦਾ। ਤੇ ਇੱਕ ਮੈਨੂੰ ਦੱਸੋ ਵੀ ਇੱਕ ਜਿਹੜਾ ਕਿੱਲੇ ਦੇ ਵਿੱਚ ਕਿੰਨੇ ਬੂਟੇ ਲੱਗ ਜਾਂਦੇ? ਇੱਕ ਕਿੱਲੇ ਦੇ ਵਿੱਚ ਕਰੀਬਨ ਅਸੀਂ 200 ਤੋਂ 250 ਪੇੜ ਲਗਾਉਂਦੇ ਆ। ਤੇ ਲਾਈਨ ਤੋਂ ਲਾਈਨ ਦੀ ਦੂਰੀ 10 ਫੁੱਟ ਹੋਣੀ ਚਾਹੀਦੀ ਆ ਤੇ ਪੇੜ ਤੋਂ ਪੇੜ ਆਪਾਂ ਘਟਾ ਵੀ ਸਕਦੇ, 8 ਫੁੱਟ ਵੀ ਕਰ ਸਕਦੇ, 7 ਫੁੱਟ ਵੀ ਕਰ ਸਕਦੇ ਆ। ਪਰ ਲਾਈਨ ਤੋਂ ਲਾਈਨ ਦੀ ਦੂਰੀ 10-12 ਫੁੱਟ ਹੋਣੀ ਚਾਹੀਦੀ, ਕਿਉਂਕਿ ਵਿੱਚ ਆਪਾਂ ਰੂਟਾਵੇਟਰ ਚਲਾਉਣਾ ਹੁੰਦਾ ਆ ਤੇ ਰੂਟਾਵੇਟਰ ਜਿਹੜਾ ਆਸਾਨੀ ਨਾਲ ਲੰਘ ਜਾਵੇ। ਕਈ ਵਾਰ ਜ਼ਿਮੀਂਦਾਰ ਭਰਾ ਵਿੱਚ ਛੋਟੀਆਂ ਫਸਲਾਂ ਵੀ ਲੈ ਲੈਂਦੇ ਆ, ਦਾਲ ਵਾਲੀਆਂ, ਜਿਸ ਤਰ੍ਹਾਂ ਮਸਰ, ਛੋਲੇ, ਸਬਜ਼ੀ, ਤੇ ਉਹ ਵੀ ਵਿੱਚ ਲੈ ਸਕਦੇ ਨੇ 2-4 ਸਾਲ। ਤੇ ਤੀਸਰੀ ਜਿਹੜੀ ਗੱਲ ਆ, ਇਹਦੇ ਨਾਲ ਜਿਹੜਾ ਵਿੱਚ ਜੰਗਲ ਵਰਗਾ ਮਾਹੌਲ ਚਾਹੀਦਾ। ਦੂਸਰੇ ਪੇੜ ਆਕਸੀਜਨ ਦਿੰਦੇ ਆ ਤੇ ਇਹ ਲੈਂਦਾ ਆ ਦੂਜਿਆਂ ਪੇੜਾਂ ਤੋਂ। ਇਹਨੂੰ ਜਦੋਂ ਅਸੀਂ ਉਗਾਉਨੇ ਨਾ ਨਰਸਰੀ ਦੇ ਵਿੱਚ, ਉਦੋਂ ਜਨਮ ਤੋਂ ਹੀ ਇਹਨੂੰ ਨਾਲ ਦੂਸਰਾ ਇਹਦੇ ਪੇੜ ਲਾਇਆ ਜਾਂਦਾ ਆ। ਇਹ ਫਿਰ ਜਿਵੇਂ ਜਿਵੇਂ ਮੈਂ ਦੇਖਾਂ ਵੀ ਇੱਥੇ ਤੂਤ ਲਾਇਆ ਹੋਇਆ ਤੁਹਾਡਾ ਇਹਦੇ ਨਾਲ। ਇਹ ਤੂਤ ਇਹਦੇ ਆਕਸੀਜਨ ਵਾਸਤੇ ਲਾਇਆ, ਇਹਦੇ ਤੋਂ ਇਹ ਭੋਜਨ ਲੈਂਦਾ ਆ। ਇਹਦੇ ਵਿੱਚ ਸਾਰੇ ਤੁਹਾਨੂੰ ਤੂਤ ਲੱਗੇ ਆ। ਇਹ ਤੂਤ ਹਾਈਬ੍ਰਿਡ ਆ, ਸਾਦਾ ਤੂਤ ਨਹੀਂ ਹੈਗਾ। ਸਾਰਾ ਤੂਤ ਨਹੀਂ। ਇੱਕ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਦੋਂ ਜੰਗਲ ਲਾਉਂਦੇ ਆ, ਸੌਰੀ ਚੰਦਨ ਲਾਉਂਦੇ ਆ, ਤਾਂ ਉਹਨੇ ਮੈਨੂੰ ਆਪੋ ਇੱਕ ਮੁੰਡੇ ਨੇ ਗੱਲ ਕਹੀ ਕਿ ਜਿੰਨਾ ਜੇ ਇਹਦੀ ਉਮਰ 30 ਸਾਲ ਆ ਚੰਦਨ ਦੀ, 25-30 ਸਾਲ ਆ, ਤਾਂ 25-30 ਸਾਲ ਵਾਲੀ ਪੇੜ ਲਾਉਣਾ ਪੈਂਦਾ ਹੈ ਨਾ। ਤੇ ਪਰ ਕੁਝ ਕਹਿੰਦੇ ਵੀ ਜਦੋਂ ਇਹ ਬਾਲ ਅਵਸਥਾ 'ਚ ਹੁੰਦਾ, ਜਦੋਂ ਮਤਲਬ 4-5 ਸਾਲ ਤੱਕ ਇਹਨੂੰ ਦੂਜੇ ਤੋਂ ਚਾਹੀਦਾ, ਜਦੋਂ ਜੜ ਮਾਰ ਲਈ ਉਦੋਂ ਬਾਅਦ ਇਹ ਆਟੋਮੈਟਿਕਲੀ ਹੋਰ ਆਪਣੇ ਆਪ ਦੀ ਖੁਰਾਕ ਪੈਦਾ ਕਰਦਾ। ਤੁਸੀਂ ਇਹਦੇ ਬਾਰੇ ਕਲੀਅਰ ਕਰੋ ਵੀ ਇਹਦੇ ਨਾਲ ਰੁੱਖ ਕਿੰਨੀ ਉਮਰ ਵਾਲਾ ਲਾਉਣਾ ਪੈਂਦਾ ਹੈ? ਰੁੱਖ ਵੇਖੋ, ਜਦੋਂ ਸ਼ੁਰੂ 'ਚ ਲਾਉਨੇ ਉਦੋਂ ਤੇ ਇੱਕ ਬੂਟੀ ਹੁੰਦੀ ਆ ਵੇਲ ਵਾਲੀ, ਉਹ ਅਸੀਂ ਲਾਉਨੇ ਆ। ਜਦੋਂ ਥੈਲੇ ਦੇ ਵਿੱਚ ਇਹਨੂੰ ਪੋਲੀਥੀਨ 'ਚ ਲਾਇਆ ਜਾਂਦਾ। ਬੂਟੇ ਦਾ ਨਾਂ ਕੀ ਹੈ? ਬੂਟੇ ਦਾ ਨਾਮ ਕੋਈ ਮਰਜ਼ੀ ਲਾ ਸਕਦੇ ਆ। ਹਾਂ, ਕੋਈ ਵੀ ਲਾ ਸਕਦੇ ਆ। ਤੇ ਉਹ ਇੱਥੇ ਸਾਡੇ ਲੋਕਲ ਭਾਸ਼ਾ 'ਚ ਉਹਨੂੰ ਆਂਦੇ ਆ, ਉਹਦੇ ਚਲੋ ਕੋਈ ਵੀ ਵੇਲ ਮੰਨ ਲਓ, ਜਿਹੜੇ ਵੇਲ ਮੰਨ ਲਓ, ਵੇਲ ਟਾਈਪ, ਉਹ ਨਾਲ ਉਹ ਕੱਟ ਕੇ ਲਾ ਦੇਣੀ ਆ। ਇਸ ਤੋਂ ਬਾਅਦ ਜਦੋਂ ਅਸੀਂ ਖੇਤ ਦੇ ਵਿੱਚ ਪਲਾਂਟ ਲਾਉਣਾ, ਉੱਥੇ ਇਹਦੇ ਨਾਲ ਅਸੀਂ ਫੁੱਲਾਂ ਦੇ ਪੇੜ ਵੀ ਕਈ ਵਾਰ ਗੁਲਾਬ ਦੇ ਲਵਾ ਦਿੰਦੇ ਆ। ਗੁਲਾਬ ਦੇ ਨਾਲ ਜ਼ਿਮੀਂਦਾਰ ਨੂੰ ਆਮਦਨ ਵੀ ਵੱਧਦੀ ਆ ਤੇ ਇਹਨੂੰ ਵੀ ਜਿਹੜਾ ਆ ਭੋਜਨ ਮਿਲਦਾ ਆ। ਹੋਰ ਇਸ ਤੋਂ ਇਲਾਵਾ ਨਿੰਬੂ ਦਾ ਪੇੜ ਵੀ ਲਾ ਦਿੰਦੇ ਆ। ਇਹ ਜਿਹੜੇ ਆਪਾਂ ਤੂਤ ਲਾਏ ਨੇ, ਇਹ ਤੂਤ ਦੇ ਵਿੱਚ ਵੀ ਰਾਜ ਆ। ਇਹ ਜਿਹੜਾ ਤੂਤ ਸਧਾਰਨ ਨਹੀਂ ਆ, ਹਾਈਬ੍ਰਿਡ ਆ। ਇਹਦੀਆਂ ਆਪਾਂ ਟਹਿਣੀਆਂ ਕੱਟ ਕੇ ਤੇ ਇਹ ਜਿਹੜਾ ਰੇਸ਼ਮ ਆ ਉਹਦੇ ਕੀੜਿਆਂ ਨੂੰ ਦੇਈ ਜਾਣੀਆਂ। ਕੀੜੇ ਵੀ ਇਹ ਤੋਂ ਪਤਾ ਪੜਨਗੇ, ਜ਼ਿਮੀਂਦਾਰ ਦੀ ਆਮਦਨ ਵਧੂਗੀ ਤੇ ਇਹਨੂੰ ਵੀ ਆਕਸੀਜਨ ਵੀ, ਜਿਵੇਂ ਆਪਾਂ ਬਰਸੀਨ ਵੱਢਦੇ ਆ ਨਾ, ਇਸ ਤਰ੍ਹਾਂ ਇਹਨੂੰ ਕੱਟੀ ਜਾਣਾ ਤੇ ਇਹਨੇ ਫੁੱਟੀ ਜਾਣਾ ਆ। ਉਹ ਜਿਹੜੀਆਂ ਟਹਿਣੀਆਂ ਵੱਢ ਕੀੜਿਆਂ ਨੂੰ ਪਾਈ ਜਾਣੀਆਂ ਤੇ ਕੀੜੇ ਤੋਂ ਰੇਸ਼ਮ ਤਿਆਰ ਹੋਈ ਜਾਣਾ ਤੇ ਜ਼ਿਮੀਂਦਾਰ ਨੂੰ ਦੋਹਰਾ ਫਾਇਦਾ ਹੋ ਸਕਦਾ ਹੈ। ਮਤਲਬ ਇਹ ਜਿਹੜਾ ਹੈਗਾ, ਜਿਹੜਾ ਤੁਸੀਂ ਨਾਲ ਆਪਾਂ ਕਹਿੰਦੇ ਤੂਤ ਲਾਇਆ, ਇਹਦੇ ਨਾਲ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਤਿਆਰ ਵੀ ਕਰਦਾ। ਹਾਂ, ਰੇਸ਼ਮ ਤਿਆਰ ਹੁੰਦਾ। ਇਹ ਉਹਦਾ ਮੇਨ ਭੋਜਨ ਆ ਕੀੜਿਆਂ ਦਾ। ਤੇ ਇਹ ਜ਼ਿਮੀਂਦਾਰ ਨੂੰ ਦੋਹਰਾ ਫਾਇਦਾ ਹੋ ਸਕਦਾ ਵੀ ਇਹਨੂੰ ਕੱਟ ਕੇ ਕੀੜਿਆਂ ਨੂੰ ਪਾਈ ਜਾਓ ਤੇ ਰੇਸ਼ਮ ਦਾ ਵੀ ਆਮਦਨ ਮਿਲੇ ਤੇ ਇੱਧਰ ਇਹਨੂੰ ਭੋਜਨ ਵੀ ਮਿਲੇ। ਜਿਹੜੇ ਗੁਲਾਬ ਦਾ ਮੈਂ ਜ਼ਿਕਰ ਕੀਤਾ, ਦੇਸੀ ਗੁਲਾਬ ਆ ਜਿਹੜਾ, ਉਹ ਦੇਸੀ ਗੁਲਾਬ ਦੇ ਪੇੜ ਵੀ ਲਵਾ ਦਿੰਦੇ ਆ। ਜਿਵੇਂ ਬਾਬਾ ਜੀ ਉਹਨਾਂ ਨੂੰ ਲਵਾਏ, ਉਹਨਾਂ ਦੇ ਗੁਲਾਬ ਹੀ ਲੱਗੇ ਨੇ ਤੇ ਉਹ ਫੁੱਲ ਤੋੜ ਕੇ ਤੇ ਆਪਣੀ ਫੁੱਲਾਂ ਤੋਂ ਵੀ ਆਮਦਨ ਲੈ ਸਕਦਾ। ਹੁਣ ਇਹ ਗੱਲ ਹੋ ਗਈ ਵੀ ਇਹ ਕਿੰਨੇ ਟੈਂਪਰੇਚਰ ਤੋਂ ਕਿੱਥੋਂ ਤੱਕ ਹੁੰਦਾ ਜੀ? ਇਹ 5 ਡਿਗਰੀ ਤੋਂ ਲੈ ਕੇ 50 ਡਿਗਰੀ ਟੈਂਪਰੇਚਰ ਤੱਕ ਕੋਈ ਪਰੇਸ਼ਾਨੀ ਨਹੀਂ ਹੈ। ਲਗਭਗ ਭਾਰਤ ਦੇ ਵਿੱਚ ਸਾਰੇ ਦੇ ਵਿੱਚ ਹੀ ਕਾਮਯਾਬ ਹੈ। ਇੱਕ ਖੁਰਾਕ, ਇੱਕ ਤਾਂ ਤੁਸੀਂ ਕਹਿੰਦੇ ਵੀ ਇਹਦੇ ਵਿੱਚ ਮੰਨ ਲਓ ਹੋਰ ਕੀ ਚੀਜ਼ਾਂ ਪਾਉਣੇ ਪੈਂਦੀਆਂ? ਜਦੋਂ ਚੰਦਾ ਲਾਉਣੇ, ਇੱਕ ਤਾਂ ਤੁਸੀਂ ਕਹਿੰਦਾ ਬੂਟਾ ਲਾਉਣਾ, ਪਹਿਲਾਂ ਮੰਨ ਲਓ ਬੂਟੀ ਲਾਉਣੀ ਪੈਂਦੀ, ਫਿਰ ਕੋਈ ਇਹਦੇ ਵਿੱਚ ਜਦੋਂ ਆਪਾਂ ਲਾਉਣਾ ਪੇੜ ਨਾ, ਤੇ ਕਈ ਪੀਲੀਆਂ ਜ਼ਮੀਨਾਂ ਦੇ ਵਿੱਚ ਸਿਉਂਕ ਦੀ ਜਿਹੜੀ ਆ ਸ਼ਿਕਾਇਤ ਹੁੰਦੀ ਆ। ਹਾਂ ਵੀ ਸਿਉਂਕ ਪੈ ਜਾਂਦੀ। ਸਿਉਂਕ ਪੈ ਜਾਂਦੀ ਤੇ ਸਿਉਂਕ ਨੂੰ ਇੱਕ ਦਵਾਈ ਆਉਂਦੀ ਆ, ਅੱਜ ਕੱਲ੍ਹ ਤੇ ਬਹੁਤ ਆ, ਪਰ ਉਹ ਅਸੀਂ ਅਮੀਡਾ ਦੇ ਨਾਂ ਤੇ ਆਉਂਦੀ ਆ। ਉਹ ਅਮੀਡਾ ਦਾ ਘੋਲ ਬਣਾ ਕੇ ਤੇ ਇੱਕ ਗਲਾਸ ਪਾਈ ਜਾਣਾ ਆ ਤੇ ਉਹ ਲੰਮੇ ਸਮੇਂ ਤੱਕ ਅਮੀਡਾ ਅਸਰ ਕਰਦੀ, 3 ਮਹੀਨੇ ਤੱਕ। ਦੂਜੀਆਂ ਜਿਹੜੀਆਂ ਆਪਾਂ ਦਵਾਈਆਂ ਪਾਉਂਦੇ ਉਹ ਲਗਭਗ 15-20 ਦਿਨ, ਮਹੀਨੇ ਤੱਕ ਹੀ ਅਸਰ ਰੱਖਦੀਆਂ ਆ। ਤੇ ਅਸੀਂ ਇਹ ਕਰਕੇ ਅਮੀਡਾ ਪਾ ਦਿੰਦੇ ਵੀ 3 ਮਹੀਨਿਆਂ ਦੇ ਵਿੱਚ ਪੇੜ ਆਪਣਾ ਸਟੈਂਡ ਲੈ। ਤੁਸੀਂ ਕਹਿੰਦੇ ਵੀ ਇੱਕ ਤਾਂ ਸਿਉਂਕ ਪੈਂਦੀ ਹੈ, ਦੂਸਰਾ ਜਿਹੜਾ ਆ ਵੈਸੇ ਤੇ ਉਹ ਜਿਹੜੀ ਖਾਦ ਹੀ ਉਹਨੂੰ ਆਪਾਂ ਕਹਿ ਸਕਦੇ ਨਿੰਮ ਦੀ, ਤੇ ਨਿੰਮ ਦੀ ਖਾਦ, ਪਰ ਉਹਨੂੰ ਨਾ ਨਿੰਮ ਦੀ ਖਲੀ ਦੇ ਨਾਂ ਤੇ ਆਉਂਦੀ ਆ। ਨਿੰਮ ਦੀ ਖਲੀ ਦੇ ਨਾਂ ਤੇ ਉਹ ਇਹਦੇ ਵਾਸਤੇ ਅੰਮ੍ਰਿਤ ਆ ਜਿਹੜਾ ਆਪਾਂ ਥੱਲੇ ਇਹਨੂੰ ਪਾਉਣਾ ਆ, ਤੇ ਉਹ ਨਿੰਮ ਦੀ ਖਲੀ ਜਿਹੜੀ ਪਾਈ ਜਾਵੇ ਤੇ ਜ਼ਿਆਦਾ ਵਧੀਆ। ਉਹਦੀ ਸਪਰੇਅ ਵੀ ਕੀਤੀ ਜਾ ਸਕਦੀ ਆ। ਤੇ ਨਿੰਮ ਦੀ ਖਲੀ ਤੇ ਇੱਕ ਸਿਉਂਕ ਦੀ ਦਵਾਈ, ਇਹ ਦੋ ਇਹਦੇ ਵਾਸਤੇ, ਹੋਰ ਕੋਈ ਬਹੁਤਾ ਨਹੀਂ। ਮੰਨ ਲਓ ਵੀ ਹੁਣ ਚੰਦਨ ਲਾਇਆ ਬਾਪੂ, ਫਿਰ ਇਹਨੂੰ ਫਿਰ ਤੜਕੇ ਹੱਥਾਂ ਦੇਖਣਾ ਹੀ ਪੈਂਦਾ ਹੋਣਾ ਵੀ ਕੋਈ ਬੂਟਾ, ਤੇ ਜਾਂ ਨਾਰਮਲ ਜਿਵੇਂ ਆਪਾਂ ਕਿਸੇ ਨੇ ਨਿੰਮ ਲਾਤਾ ਜਾਂ ਆਪਾਂ ਕਿਸੇ ਨੇ ਸਪੈਦੇ ਲਾਤੇ, ਉਵੇਂ ਹੀ ਇੱਕ ਵਾਰੀ ਲਾ ਕੇ ਬੰਦਾ ਬੇਚਿੰਤ ਹੋ ਸਕਦਾ, ਜਾਂ ਇਹਦੀ ਕੇਅਰ ਬਹੁਤ ਰੱਖਣੀ ਪੈਂਦੀ? ਨਹੀਂ, ਕੋਈ ਬਹੁਤ ਕੇਅਰ ਨਹੀਂ ਆ। ਸਧਾਰਨ ਪੇੜ ਆ, ਜੰਗਲੀ ਪੇੜ ਆ। ਬਸ ਸਿਰਫ 2 ਚੀਜ਼ਾਂ ਦਾ, ਇੱਕ ਤੇ ਇਹਦੀ ਹਿਫਾਜ਼ਤ ਆ, ਜਿਹੜਾ ਇਹਦੇ 'ਚ ਪਸ਼ੂ ਨਾ ਵੜੇ, ਬੰਦਾ ਨਾ ਵੜੇ।
ਤੇ ਬੰਦਾ ਕਿਉਂ ਬੜਾ ਜੀ? ਬੰਦਾ ਇਸ ਕਰਕੇ ਵੀ ਮਹਿੰਗਾ ਪੇੜ ਆ। ਓਕੇ, ਅੱਛਾ ਠੀਕ ਆ, ਕੋਈ ਵੱਢ ਕੇ ਲੈ ਗਿਆ, ਹੋ ਵੱਢ ਕੇ ਲੈ ਗਿਆ, ਪੱਟ ਕੇ ਲੈ ਗਿਆ। ਹਾਲਾਂਕਿ ਇਹ ਕਿਸੇ ਕੰਮ ਦਾ ਨਹੀਂ ਅਜੇ, ਇਹ 12 ਸਾਲ ਤੋਂ ਬਾਅਦ ਇਹਦੀ ਕੀਮਤ ਹੋਣੀ। ਅਜੇ ਤੇ ਆਮ ਲੱਕੜ ਆ, ਐ ਵੱਢ ਕੇ ਲੈ ਜੂ, ਉਹਦੇ ਕੋਈ ਮਤਲਬ ਨਹੀਂ ਆ। ਇਹਦਾ ਕੋਈ ਮਤਲਬ ਕਿ ਲੱਕੜੀ ਰਹਿ ਇਹ ਲੱਕੜੀ ਬਾਲਣੀ ਆ ਇਹਦਾ। ਤੇ ਫਿਰ 12 ਸਾਲ ਬਾਅਦ ਇਹ ਪੌਦੇ ਨੂੰ ਕੀ ਹੋ ਜਾਂਦਾ? 12 ਸਾਲ ਬਾਅਦ ਇਹਦੇ ਵਿੱਚ ਜਿਹੜਾ ਤੇਲ ਬਣਨਾ ਆ, 12 ਸਾਲ ਬਾਅਦ ਜਿਹੜਾ ਤੇਲ ਬਣਨਾ, ਅਸਲੀ ਕੀਮਤ ਉਦੋਂ ਆ। ਫਿਰ ਆਪਾਂ ਕੰਪਨੀਆਂ ਵਾਲਿਆਂ ਨਾਲ ਗੱਲ ਕਰਨੀ, ਉਹਨਾਂ ਦੇ ਜਿਹੜੇ ਵਿਗਿਆਨਕ ਹੋਣੇ ਆ, ਉਹਨਾਂ ਨੇ ਇਹਦੇ ਵਿੱਚ ਮਸ਼ੀਨ ਲਾ ਕੇ ਤੇ ਟੈਸਟ ਕਰਨਾ ਵੀ ਕਿੰਨੇ % ਇਹਦੇ ਵਿੱਚ ਆਇਲ ਬਣ ਗਿਆ, ਤੇਲ। ਉਹ ਜਦੋਂ ਤੇਲ ਪ੍ਰਿਆਪਤ ਬਣ ਗਿਆ ਤੇ ਉਹਦਾ ਜ਼ਿਮੀਂਦਾਰ ਨੂੰ ਉਹਨਾਂ ਸਲਾਹ ਦੇਣੀ ਵੀ ਹੁਣ ਤੁਸੀਂ ਇਹ ਪੇੜ ਨੂੰ ਕਟਵਾ ਸਕਦੇ ਜੇ। ਇੱਥੋਂ ਤੱਕ ਹੀ ਨਹੀਂ ਆ, ਇਹਦੀਆਂ ਜੜ੍ਹਾਂ ਵੀ ਕੰਮ ਆਉਂਦੀਆਂ ਆ। ਜਦੋਂ ਆਪਣਾ ਉਹਨਾਂ ਦੇ ਨਾਲ ਗੱਲਬਾਤ ਹੋ ਗਈ, ਦੋ ਥਾਵਾਂ ਤੇ ਆਪਾਂ ਟਰਾਈ ਮਾਰੀ ਤੇ ਇਹਦਾ ਉਹਨਾਂ ਨੇ ਆਖਿਆ ਵੀ ਵਿਗਿਆਨਕ ਨੇ ਵੀ ਆਇਲ ਬਣ ਗਿਆ ਆ, ਉਦੋਂ ਹੀ ਇਹਦੀ ਕੀਮਤ ਆ। ਜਦੋਂ ਇਹਦੇ ਵਿੱਚ ਤੇਲ ਬਣ ਗਿਆ, ਉਹਨਾਂ ਚਿਰ ਇਹਦੀ ਕੋਈ ਕੀਮਤ ਨਹੀਂ ਹੈਗੀ। ਤੇਲ 12 ਸਾਲ ਤੋਂ ਬਾਅਦ ਇਹਦੇ ਵਿੱਚ ਬਣਨਾ ਸ਼ੁਰੂ ਹੋ ਜਾਂਦਾ। 12 ਤੋਂ 15 ਸਾਲ ਦੇ ਵਿੱਚ ਪ੍ਰਿਆਪਤ ਤੇਲ। ਕਈ ਵਾਰ ਤੁਸੀਂ ਮੰਡੀਆਂ 'ਚ ਜਾਂਦੇ ਜੇ ਤੇ ਵਪਾਰੀ ਜਿਹੜੀ ਸਰੋਂ ਹੁੰਦੀ ਆ ਨਾ, ਸਰੋਂ ਦੰਦ ਥੱਲੇ ਰੱਖ ਕੇ ਚਬਾਉਂਦਾ ਤੇ ਉਹ ਦੱਸ ਦਿੰਦਾ ਵੀ ਇਹਦੇ 'ਚ ਇੰਨੇ % ਤੇਲ ਆ। 30 ਤੋਂ ਲੈ ਕੇ 42% ਸਰੋਂ ਦੇ ਵਿੱਚ ਤੇਲ ਹੁੰਦਾ ਆ, ਤੇ ਉਹ ਦੱਸਣਾ। ਇਸੇ ਤਰ੍ਹਾਂ ਹੀ ਉਹਨਾਂ ਨੇ ਦੱਸ ਦੇਣਾ ਵੀ ਤੁਹਾਡੇ ਇਹਦੇ ਵਿੱਚ ਪੂਰਾ 100% ਜਿਹੜਾ ਆ ਆਇਲ ਬਣ ਗਿਆ, ਤੇ ਸਰਦਾਰ ਸਾਹਿਬ ਹੁਣ ਤੁਸੀਂ ਇਹਨੂੰ ਕੱਟ ਸਕਦੇ ਜੇ। ਫਿਰ ਇਹਦਾ ਰੇਟ ਜਿਹੜਾ ਹੋਣਾ ਆ, ਰੇਟ ਆ ਜਿਹੜੀਆਂ ਇਹਦੀਆਂ ਟਹਿਣੀਆਂ ਤੇ ਪੱਤੇ ਆ, 100 ਰੁਪਏ ਕਿਲੋ ਜਾਣੇ ਆ। ਇਹਦੀ ਜਿਹੜੀ ਚਿੱਟੀ ਲੱਕੜ ਆ ਉਤਲੀ, ਉਹ ਜਾਣੀ 100 ਰੁਪਏ ਕਿਲੋ। ਇਹਦੇ ਅੰਦਰ ਜਿਹੜੀ ਰਾੜ ਲਾਲ ਰੰਗ ਦੀ ਨਿਕਲਣੀ ਆ, ਆਮ ਪੇੜਾਂ 'ਚ ਤੁਸੀਂ ਵੇਖਦੇ ਜਿਹਨੂੰ ਪੰਜਾਬੀ 'ਚ ਆਪਾਂ ਗੁਲੀ ਆਖ ਦਿੰਦੇ ਆ, ਉਹ ਲਾਲ ਰਾੜ ਆ ਜਿਹੜੀ, ਉਹ ਇੱਕ ਪੇੜ 'ਚੋਂ 20 ਤੋਂ 25 ਕਿਲੋ ਨਿਕਲਣੀ। ਉਹਦੀ 8000 ਰੁਪਈਆ ਪ੍ਰਤੀ ਕਿਲੋ ਦੀ ਕੀਮਤ ਆ। ਉਹ ਅਸਲੀ ਜਿਹੜਾ ਚੀਜ਼ ਉਹ ਰਾੜ ਆ, ਉਹਦੇ ਵਿੱਚੋਂ ਤੇਲ ਨਿਕਲਣਾ ਆ। ਇਸ ਤੋਂ ਬਾਅਦ ਫਿਰ ਜੜ ਤੇ ਆ ਜਾਓ। ਇਹਦੀਆਂ ਜਿਹੜੀਆਂ ਜੜ੍ਹਾਂ ਜ਼ਮੀਨ 'ਚੋਂ ਪੁੱਟਣੀਆਂ ਆ, ਉਹ ਜੜ੍ਹਾਂ ਵੀ 3000 ਰੁਪਏ ਕਿਲੋ ਜਾਣੀਆਂ। ਮਤਲਬ ਜੜ ਤੋਂ ਲੈ ਕੇ ਟਹਿਣੀ ਪੱਤਿਆਂ ਤੱਕ ਇਹਦੀ ਇੱਕ ਵੀ ਚੀਜ਼ ਵੇਸਟੇਜ ਨਹੀਂ ਜਾਣੀ। ਤੇ ਨਾਲ ਇਹਦਾ ਜਿਹੜਾ ਹੈਗਾ ਬੀਜ ਤਾਂ ਚੌਥੇ ਸਾਲ ਹੀ ਬੀਜ ਆਪਾਂ ਚੌਥੇ ਸਾਲ ਤੋਂ ਲੈ ਕੇ ਤੇ 15 ਸਾਲ ਤੱਕ ਵੇਚਣਾ ਹੀ ਆ। ਮਤਲਬ 1 ਕਿੱਲੇ 'ਚੋਂ ਕਿੰਨੇ ਰੁਪਈਆਂ ਦਾ ਚੰਦਨ ਹੋ ਸਕਦਾ ਤੁਹਾਡੇ ਹਿਸਾਬ ਨਾਲ? 20 ਜਾਂ ਨਹੀਂ, ਟੋਟਲ ਚੰਦਨ। ਟੋਟਲ ਚੰਦਨ ਜਿਹੜਾ ਅਸੀਂ ਐਵਰੇਜ ਕੱਢਦੇ ਆ ਨਾ, ਅਸੀਂ ਐਵਰੇਜ ਤੇ 2 ਕਰੋੜ ਦੀ ਦੱਸਦੇ ਜ਼ਿਮੀਂਦਾਰ ਨੂੰ, ਪਰ ਇਹ 4 ਕਰੋੜ ਦਾ ਵੀ ਹੋ ਸਕਦਾ ਆ। ਕਿੰਨੇ ਸਾਲਾਂ ਬਾਅਦ ਜੀ? 15 ਸਾਲਾਂ ਬਾਅਦ? 12 ਤੋਂ 15 ਸਾਲ ਦੇ ਵਿੱਚ। ਮਤਲਬ ਕਿ ਜਿਹੜਾ ਹੈਗਾ ਚੰਦਨ, ਬਾਪੂ ਦੇ ਦੱਸਣ ਮੁਤਾਬਕ ਜਿਹੜਾ 12 ਤੋਂ 15 ਸਾਲਾਂ ਬਾਅਦ 2 ਤੋਂ 4 ਕਰੋੜ ਰੁਪਇਆ ਕਿੱਲੇ ਤੇ ਦੇ ਜਾਂਦਾ। ਸੋ ਜੇਕਰ ਮੰਨ ਲਓ ਵੀ ਕਿਸੇ ਕੋਲੇ ਕਿੱਲਾ ਨਾ ਹੋਵੇ ਤਾਂ ਬੰਦਾ 2 2 4 5 5 ਜਿਹੜਾ ਹੈਗਾ ਲਾ ਸਕਦਾ ਆ। ਲਾ ਕੇ ਜਿਹੜਾ ਉਹ 10-5 ਪੇੜ ਵੀ ਲਾ ਸਕਦਾ ਕਿਸੇ ਵੱਟ ਤੇ ਖਾਲੇ ਤੇ ਉਹਦੇ ਤੋਂ ਵੀ ਉਹ ਮੋਟਾ ਮੁਨਾਫਾ ਲੈ ਸਕਦਾ। ਮੇਰਾ ਕਹਿਣ ਦਾ ਭਾਵ ਵੀ ਜਿਵੇਂ ਬੇਟੀ ਜਾਂ ਬੇਟਾ ਸਾਡੇ ਘਰ ਪੈਦਾ ਹੋ ਗਿਆ, ਅਸੀਂ ਉਹਦੇ ਨਾਂ ਦੇ 10 ਪੇੜ ਲਾਤੇ, ਬਸ ਨਿਸ਼ਚਿੰਤ ਹੋ ਜਾ, ਫਿਰ ਉਹਦੀ ਐਫਡੀ ਹੋ ਗਈ। ਬਿਲਕੁਲ। ਸੋ ਸਾਨੂੰ ਇਹ ਥੋੜਾ ਜਿਹਾ ਬਦਲਣਾ ਪੈਣਾ ਆਪਦਾ ਢੰਗ ਸੋਚਣ ਦਾ ਵੀ ਜ਼ਿੰਦਗੀ ਦੇ ਵਿੱਚ ਵੀ। ਯਾਰ ਅਸੀਂ ਜਦੋਂ ਕੋਈ ਸਾਡੇ ਜਵਾਕ ਜੰਮਦਾ, ਸਾਨੂੰ ਐਂ ਹੁੰਦਾ ਹੁਣ ਸਾਰੀ ਦਿਹਾੜੀ ਲੱਗੇ ਰਹੋ ਖੇਤਾਂ 'ਚ, ਵੱਡੇ ਟੱਕ ਮਾਰੋ, ਡੂੰਘੇ ਹੱਲ ਲਾਵੋ, ਸ਼ਾਇਦ ਸਾਡੇ ਜਵਾਕ ਦਾ ਭਵਿੱਖ ਬਣ ਜੇ। ਪਰ ਭਵਿੱਖ ਦਿਮਾਗ ਨਾਲ ਹੀ ਬਣਨਾ। ਤੁਹਾਡੇ ਜੇਕਰ ਆਪਣੇ ਵੱਟਾਂ ਤੇ ਖੜੇ ਆ ਜਾਂ ਆਪਾਂ ਕਿ ਮੋਟਰਾਂ ਤੇ ਆ, ਜੇਕਰ ਤੁਸੀਂ ਖੁੱਲਾ ਲਾ ਸਕਦੇ ਹੋ, ਖੁੱਲੀ ਜ਼ਮੀਨ ਹੈ ਤਾਂ ਤੁਸੀਂ ਖੁੱਲਾ ਚੰਦਨ ਲਾਓ, ਤਾਂ ਤੁਸੀਂ ਲਗਭਗ 2 ਤੋਂ 4 ਕਰੋੜ ਰੁਪਇਆ ਕਿੱਲਾ ਕਮਾ ਸਕਦੇ ਹੋ। ਨਹੀਂ ਤਾਂ ਐਵਰੇਜ ਬਾਪੂ ਦੱਸਦਾ ਵੀ 1 ਕਿੱਲੇ 'ਚੋਂ 5 ਲੱਖ, ਇੱਕ ਪੌਦਾ 5 ਲੱਖ ਰੁਪਏ ਦਾ ਹੈਗਾ, ਹੈ ਨਾ? ਹਾਂ। ਤੇ ਇੱਕ ਪੌਦਾ ਜਿਹੜਾ 5 ਲੱਖ ਦਾ, ਤੇ ਹਰ ਚੌਥੇ ਸਾਲ ਦਾ 20 ਵਿਕ ਜਾਂਦਾ ਲਗਭਗ ਇੱਕ ਪੌਦੇ ਦਾ ਹੀ 20 ਤੋਂ 40,000 ਰੁਪਇਆ। ਸੋ ਤੁਸੀਂ ਇਹ ਸਾਨੂੰ ਸੋਚਣ ਦਾ ਵੀ ਢੰਗ ਬਦਲਣਾ ਪੈਣਾ। ਮੈਂ ਦੁਨੀਆ ਜਿਹੜੀ ਘੁੰਮ ਰਿਹਾ ਜਾਂ ਹੁਣ ਮੱਧ ਪ੍ਰਦੇਸ਼ ਦੇ ਵਿੱਚ, ਮੈਨੂੰ ਵੀ ਇਹ ਵੀ ਵਧੀਆ ਤੋਂ ਵਧੀਆ ਖੇਤੀ, ਮੈਂ ਆਪਦੇ ਜਿਹੜੇ ਵਿਊਅਰਸ ਆ, ਜਿਹੜੇ ਤੁਸੀਂ ਮੈਨੂੰ ਦੇਖਦੇ ਹੋ ਕਿਸਾਨ ਅੰਦੋਲਨ ਤੋਂ ਲੈ ਕੇ, ਵੀ ਤੁਹਾਡੇ ਵਾਸਤੇ ਕੋਈ ਚੰਗੀਆਂ ਚੀਜ਼ਾਂ ਲੈ ਕੇ ਆਵਾਂ ਯਾਰ, ਕਿਸ ਤਰ੍ਹਾਂ ਸਾਡੀ ਜਿਹੜੀ ਕਿਸਾਨਾਂ ਦੀ ਹਾਲਾਤ ਆ ਜਿਹੜੇ ਬਦਲੇ ਜਾ ਸਕਦੇ ਆ। ਤੇ ਜੇਕਰ ਤੁਸੀਂ ਕਿੱਲਾ ਲਾਉਣੇ ਹੋ ਤਾਂ ਇਹਦੇ 'ਚ ਤੁਸੀਂ ਫਸਲ ਵੀ ਉਗਾ ਸਕਦੇ ਹੋ। ਬਾਪੂ ਨੇ ਦੱਸਿਆ ਸੀ ਬੜਾ ਵਧੀਆ ਢੰਗ ਦੀ ਫਸਲ ਕਿਵੇਂ ਉਗਾਉਣੀ ਹੈ, ਕਿੰਨੇ ਫੁੱਟ 'ਤੇ ਲਾਉਣਾ। ਬਾਪੂ ਮੰਨ ਲਓ ਹੁਣ ਇਹ ਦੱਸੋ ਵੀ ਕਿੰਨੇ ਫੁੱਟ 'ਤੇ ਲਾਉਣੇ ਆ, ਕਿਹੜੀ ਦਿਸ਼ਾ ਤੋਂ ਲਾਉਣੇ ਆ, ਕਿਵੇਂ ਫਸਲ ਲਾਉਣੀ ਆ, ਕਿਵੇਂ ਹਨੇਰੀਆਂ ਤੋਂ ਬਚਦਾ, ਉਹਦੇ ਬਾਰੇ ਜੀ। ਇਹਦੇ ਵਿੱਚ 3 ਮੇਨ ਚੀਜ਼ਾਂ ਦਾ ਅਸੀਂ ਧਿਆਨ ਰੱਖਦੇ ਹਾਂ ਜਦੋਂ ਪੇੜ ਪਲਾਂਟ ਲਾਉਨੇ ਆ। ਉਹ ਮੇਨ 3 ਚੀਜ਼ਾਂ ਹੁੰਦੀਆਂ ਆ। ਅਸੀਂ ਜ਼ਿਮੀਂਦਾਰ ਤੋਂ ਸਲਾਹ ਲੈਂਦੇ ਆ ਬਈ ਜੇ ਜ਼ਿਮੀਂਦਾਰ ਛੋਟਾ ਜ਼ਿਮੀਂਦਾਰ ਆ ਤੇ ਇਹਦੇ 'ਚ ਉਹ ਸਬਜ਼ੀ ਉਗਾ ਸਕਦਾ ਆ, ਦਾਲ ਵਾਲੀਆਂ ਫਸਲਾਂ, ਮਸਰ, ਛੋਲੇ ਉਗਾ ਸਕਦਾ ਆ। ਉਹ ਫਿਰ ਅਸੀਂ ਜ਼ਿਮੀਂਦਾਰ ਦੀ ਸਲਾਹ ਲੈਂਦੇ ਆ। ਉਦੋਂ ਫਿਰ ਅਸੀਂ ਪੂਰਬ ਤੋਂ ਪੱਛਮ ਦੀਆਂ ਲਾਈਨਾਂ ਲਵਾਉਣੇ, ਜਿਹੜਾ ਪੇੜ ਦੀ ਛਾਂ ਪੇੜ ਉੱਤੇ ਜਾਵੇ, ਵਿਚਲੇ ਗੈਪ ਵਿੱਚ ਨਾ ਜਾਵੇ, ਕਿਉਂਕਿ ਵਿਚਲੇ ਗੈਪ ਦੇ ਵਿੱਚ ਛਾਂ ਜਾਊਗੀ ਤੇ ਫਸਲ ਵਧੀਆ ਗਰੋਥ ਨਹੀਂ ਕਰਦੀ। ਜੇ ਉਹ ਜ਼ਿਮੀਂਦਾਰ ਕਹਿੰਦਾ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਮੈਨੂੰ ਫਸਲ ਦਾ ਕੋਈ ਲਾਲਚ ਨਹੀਂ ਆ, ਤੇ ਫਿਰ ਅਸੀਂ ਦਿਸ਼ਾ ਦੇਖਦੇ ਹਵਾ ਦੀ। ਜਿਹੜੀ ਹਨੇਰੀਆਂ ਆਉਂਦੀਆਂ ਆ, ਉਹ ਹਨੇਰੀਆਂ ਜ਼ਿਆਦਾਤਰ ਕਿਹੜੀ ਦਿਸ਼ਾ 'ਚ ਆਉਂਦੀਆਂ ਆ, ਉਦੋਂ ਫਿਰ ਉਹ ਜਿਹੜੇ ਅਸੀਂ ਗੈਪ ਬਣਾਉਣਾ ਆ, ਉਦੋਂ ਫਿਰ ਉਹ ਜਿਹੜੀ ਦਿਸ਼ਾ 'ਚੋਂ ਹਵਾ ਜਿਵੇਂ ਉੱਤਰ 'ਚੋਂ ਆਉਣ ਡਈ ਆ ਤੇ ਉੱਤਰ ਦੇ ਵਿੱਚ ਅਸੀਂ ਲਾਈਨਾਂ ਬਣਾ ਦੇਣੀਆਂ। ਜਿਹੜੀ ਤੇਜ਼ ਹਨੇਰੀ ਆਉਂਦੀ ਆ ਉਹ ਵਿੱਚੋਂ ਦੀ ਕ੍ਰੋਸ ਕਰ ਜਾਵੇ ਤੇ ਪੇੜਾਂ ਨੂੰ ਨੁਕਸਾਨ ਨਾ ਕਰੇ। 2 ਗੱਲਾਂ ਤੇ ਹੋ ਗਈਆਂ ਜ਼ਿਮੀਂਦਾਰ ਨੇ ਵਿੱਚ ਜਿਹੜੀ ਇਹਦੇ ਕਰੋ ਫਸਲ ਲੈਣੀ ਆ, ਤੇ ਦੂਸਰੀ ਗੱਲ ਹਨੇਰੀ ਨੂੰ ਧਿਆਨ 'ਚ ਰੱਖਣਾ। ਤੀਸਰੀ ਗੱਲ ਪੜੋਸੀ ਜ਼ਿਮੀਂਦਾਰ ਦਾ ਧਿਆਨ ਰੱਖਣਾ
ਭਈ ਸਾਡੇ ਪੇੜ ਦੇ ਨਾਲ ਜਿਹੜਾ ਪੜੋਸੀ ਜ਼ਮੀਂਦਾਰ ਆ ਉਹਨੂੰ ਨਹੀਂ ਨੁਕਸਾਨ ਹੋਣਾ ਚਾਹੀਦਾ। ਅਸੀਂ ਜਿਹੜੀ ਤਾਰ ਫੈਂਸਿੰਗ ਕਰਨੀ ਉਹ ਬਹੁਤ ਮਜ਼ਬੂਤ ਤੇ ਵਧੀਆ ਕਰਨੀ ਆਪਣੀ ਵੱਟ ਦੇ ਉੱਤੇ, ਤੇ ਸਾਡੀ ਛਾਂ ਜਿਹੜੀ ਆ ਪੇੜ ਦੀ ਉਹ ਵੀ ਗੁਆਂਢੀ ਦੇ ਖੇਤ ਵਿੱਚ ਨਾ ਜਾਵੇ, ਤਾਂ ਕਿ ਉਹਦਾ ਨੁਕਸਾਨ ਨਾ ਹੋਵੇ। ਆਪਾਂ ਉਹਨੂੰ ਫਾਇਦਾ ਕਰਨਾ, ਉਹਦਾ ਨੁਕਸਾਨ ਨਹੀਂ ਕਰਨਾ ਪੜੋਸੀ ਹੋਣ ਦੇ ਨਾਤੇ। ਇਹ 3 ਚੀਜ਼ਾਂ ਹੋ ਗਈਆਂ। ਇਸ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੀ ਵੀ ਫਸਲ ਲਾਉਨੇ ਆ, ਚਾਹੇ ਅਸੀਂ ਸਬਜ਼ੀ ਲਾਉਨੇ ਜਾਂ ਕੋਈ ਵੀ, ਉਹ ਵੀ ਇਹਦਾ ਭੋਜਨ ਆ, ਉਹਦੇ ਤੋਂ ਇਹਨੇ ਆਕਸੀਜਨ ਲੈਣਾ, ਸਾਨੂੰ ਦੋਹਰਾ ਫਾਇਦਾ ਹੋਣ ਡਿਆ। ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਵੀ ਅਸੀਂ ਜਿਹੜੇ ਤੂਤ ਲਾਏ ਆ, ਇਹ ਤੂਤ ਦੇ ਨਾਲ ਅਸੀਂ ਰੇਸ਼ਮ ਦੇ ਕੀੜੇ ਪਾਲ ਕੇ ਤੇ ਉਹ ਵੀ ਪੈਦਾ ਲੈ ਸਕਦੇ। ਪਰ ਇਹ ਆਮ ਆਦਮੀ ਨਹੀਂ ਕਰ ਸਕਦਾ, ਕਿਉਂਕਿ ਇਹ ਟੈਕਨੀਕਲ ਤਰੀਕਾ ਆ। ਇਹ ਜਿਹੜੇ ਬੱਚੇ ਹੁਸ਼ਿਆਰ ਪੜ੍ਹੇ ਲਿਖੇ ਉਹ ਹੀ ਕਰ ਸਕਦੇ। ਹਰ ਬੰਦੇ ਦੇ ਵਾਸਤੇ ਜਿਹੜੀਆਂ ਵਿੱਚ ਕਰੋ ਫਸਲਾਂ ਲੈਣੀਆਂ ਉਹ ਕੋਈ ਵੀ ਜ਼ਿਮੀਂਦਾਰ ਕਰ ਸਕਦਾ ਆ। ਇੱਕ ਮੈਨੂੰ ਇਹ ਦੱਸੋ ਵੀ ਜਿਵੇਂ ਇੰਨਾ ਇਹਦੇ ਚ ਘਾਹ ਬੂਟਾ ਹੋਇਆ ਪਾ ਬਾਪੂ, ਇਹਦੇ ਕੱਖ ਕੁੱਖ ਮਾਰਨ ਦੀ ਲੋੜ ਨਹੀਂ ਪੈਂਦੀ? ਨਹੀਂ, ਕਈ ਵਾਰ ਰੂਟਾਵੇਟਰ ਮਾਰਦੇ ਆ ਅਸੀਂ, ਪਰ ਇਹ ਜਿੰਨਾ ਇਹ ਜੰਗਲੀ ਪੇੜ ਆ, ਇਹਨੂੰ ਜੰਗਲ ਵਰਗਾ ਹੀ ਮਾਹੌਲ ਚਾਹੀਦਾ ਆ, ਜੰਗਲ ਵਰਗਾ ਹੀ ਵਾਤਾਵਰਣ ਚਾਹੀਦਾ ਆ। ਇਹ ਕੋਈ VIP ਪੇੜ ਨਹੀਂ ਹੈਗਾ, ਇਹ ਤੇ ਜੰਗਲੀ ਪੇੜ ਆ। ਜੰਗਲ ਦੇ ਵਿੱਚ ਇਹਨੂੰ ਜਿੰਨਾ ਜੰਗਲੀ ਵਾਤਾਵਰਣ ਮਿਲੂ ਓਨਾ ਹੀ ਇਹਨੂੰ ਜ਼ਿਆਦਾ ਵਧੀਆ ਆ। ਮਤਲਬ ਕਿ ਫਿਰ ਕੱਖ ਮਾਰਨ ਦੀ ਵੀ ਲੋੜ ਨਹੀਂ, ਇਹ ਤਾਂ ਚੰਗਾ ਹੀ ਹੈ ਇਹਦੇ ਵਾਸਤੇ। ਹਾਂ, ਚੰਗਾ ਹੀ ਆ। ਇਹ ਤਾਂ ਪਰ ਆਪਾਂ ਰੂਟਾਵੇਟਰ ਤਾਂ ਮਾਰਦੇ ਵੀ ਚੱਲ ਕਈ ਵਾਰੀ ਆਪ ਨੂੰ ਕ੍ਰਾਸ ਕਰਨਾ ਪਏ ਜਾਂ ਅਸੀਂ ਇਹਦੇ ਚ ਹੁਣ ਪੱਠੇ ਬੀਜਣੇ ਆ ਤੇ ਉਧਰ ਮਸਰ ਬੀਜਣੇ ਆ। ਦਾਲ ਵਾਸਤੇ ਮਸਰ ਹੋ ਜਾਣੇ ਤੇ ਵਿੱਚ ਪੱਠੇ ਬੀਜਦੇ ਨੇ ਬਰਸੀਨ, ਤੇ ਉਹ ਮੱਝਾਂ ਨੂੰ ਵੜ ਪਾਈ ਜਾਣੀ, ਨਾਲ ਪਾਣੀ ਇੱਕ ਸਵਾਹ ਸੂ ਪਾਉਣੀ ਪੈਂਦੀ ਹੈ ਕੋਈ? ਇਹ ਨਹੀਂ, ਸਵਾਹ ਨਹੀਂ। ਇਹਦਾ ਮੇਨ ਜਿਹੜਾ ਅੰਮ੍ਰਿਤ ਆ ਇਹਦੇ ਵਾਸਤੇ ਉਹ ਨਿੰਮ ਦੀ ਖਲੀ ਆ, ਜਿਹਨੂੰ ਆਪਾਂ ਜੈਵਿਕ ਖਾਦ ਵੀ ਕਹਿੰਦੇ ਆ। ਨਿੰਮ ਦੀ ਖਾਦ ਜਿਹੜੀ ਆਪਾਂ ਨਿੰਮ ਦਾ ਮਾਲਾ ਪਾਣੀ ਕਾੜਾ ਜਿਹਾ ਬਣਾ ਕੇ ਪਾ ਦਿੰਦੇ ਆ ਜਿਹੜੇ। ਨਹੀਂ, ਉਹ ਚੀਜ਼ ਅਲੱਗ ਆ, ਉਹ ਬਣਿਆ ਬਣਾਇਆ ਹੀ ਆਉਂਦਾ ਬਾਜ਼ਾਰ ਦੇ ਵਿੱਚ। ਨਿੰਮ ਦੀ ਖਲੀ ਦੇ ਨਾਂ ਤੇ ਮਿਲਦਾ ਆ ਉਹ। ਤੇ ਉਹ ਕਿੰਨੇ ਵਾਰੀ ਪਾਉਣਾ ਪੈਂਦਾ ਸਾਲ 'ਚ? ਉਹ ਸਾਲ ਦੇ ਵਿੱਚ 2-3 ਵਾਰ ਪਾ ਦੋ। ਜਦੋਂ ਛੋਟਾ ਪੇੜ ਹੁੰਦਾ ਉਦੋਂ, ਜਦੋਂ ਵੱਡਾ ਹੋ ਗਿਆ ਉਦੋਂ ਲੋੜ ਨਹੀਂ ਆ। ਉਹ ਨਿੰਮ ਦੀ ਖਲੀ ਦੇ ਵਿੱਚ ਕੀ ਹੁੰਦਾ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਰੋਗ ਬਿਮਾਰੀ ਨਹੀਂ ਲੱਗਦੀ। ਇਹ ਕਿੰਨੇ ਚਿਰ ਦਾ ਪੇੜ ਆ ਜੀ? ਇਹ ਜੀ ਹੁਣ ਆ ਚੌਥੇ ਸਾਲ 'ਚ ਜਾਊਗਾ। ਚੌਥੇ ਸਾਲ ਆ ਗਿਆ, ਮਤਲਬ ਹੁਣ 3 ਸਾਲ ਪੂਰੇ ਹੋ ਗਏ ਇਹਦੇ। ਹੁਣ ਇਸ ਤੋਂ ਬਾਅਦ ਮਤਲਬ ਤੁਹਾਨੂੰ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ, ਆਪਣੇ ਆਪ ਆਪਣੇ ਆਪ ਇਹਨੇ ਵਧੀ ਜਾਣਾ ਆ। ਬਸ ਹੁਣ ਤੇ ਆਪਾਂ ਇਹਨੂੰ ਪਾਣੀ, ਮੇਨ ਜਿਹੜਾ ਪਾਣੀ ਆ, ਪਾਣੀ ਇੰਨਾ ਪਾਣੀ ਦੀ ਵੀ ਬਹੁਤੀ ਲੋੜ ਨਹੀਂ। ਜਿਵੇਂ ਆਪਾਂ ਕਣਕ ਨੂੰ ਲਾਉਣੇ 72 ਸਿਰ ਪਾਣੀ ਲੱਗਦਾ ਜਾਵੇ, 72 ਸਿਰ ਮਤਲਬ ਥੱਲੇ ਜਗ੍ਹਾ ਗਿੱਲੀ ਰਵੇ। ਨਾ ਵੀ ਲਾਵਾਂਗੇ ਤਾਂ ਵੀ ਨਹੀਂ ਮਰਨਾ, ਪਰ ਉਹਦੇ ਨਾਲ ਕੀ ਆ, ਪੇੜ ਨੇ ਪ੍ਰੋਪਰ ਗਰੋਥ ਕਰੀ ਜਾਣੀ ਆ। ਜੇ ਆਪਾਂ ਨੂੰ ਖਰਾਬ ਸਲਾਬ ਜੀ ਰਵੇ, ਸਲਾਬ ਜੀ ਬਣੀ ਰਵੇ। ਮਹੀਨੇ 20 ਦਿਨੀ ਮੌਸਮ ਦੇ ਉੱਤੇ ਡਿਪੈਂਡ ਕਰਦਾ। ਜੇ ਟਾਈਟ ਮੌਸਮ ਆ ਤੇ 15 ਦਿਨੀ ਪਾਣੀ ਲਾ ਦਿਓ, ਜੇ ਠੰਡਾ ਮੌਸਮ ਆ ਤੇ ਮਹੀਨੇ ਬਾਅਦ ਲਾ ਦਿਓ। ਤੇ ਇਹਦੀ ਨਿੰਦਾਈ ਗੁਡਾਈ ਕਰਕੇ, ਤੇ ਗੁਡਾਈ ਬਹੁਤੀ ਡੂੰਘੀ ਨਹੀਂ ਕਰਨੀ, ਕਿਉਂਕਿ ਇਹਦੀ ਜੜ ਆ ਨਾ ਜਿਹੜੀ, ਉਹ ਜੜ ਪੰਜਾ ਮਾਰਦੀ ਆ। ਤੇ ਸਿਆਣਾ ਬੰਦਾ ਹੋਵੇ ਉਹ ਹਲਕੀ ਹਲਕੀ ਗੁਡਾਈ ਕਰਕੇ ਤੇ ਇਹਨੂੰ ਦੇਸੀ ਗੋਬਰ ਦੀ ਖਾਦ ਪਾਈ ਜਾਵੇ ਜਾਂ ਨਿੰਮ ਦੀ ਖਲੀ ਪਾਈ ਜਾਵੇ, ਤੇ ਉਹ ਜ਼ਿਆਦਾ ਵਧੀਆ ਹੋਊਗੀ। ਜਦੋਂ ਇਹਨੂੰ ਬੀ ਆਉਣ ਲੱਗ ਗਿਆ ਤੇ ਉਦੋਂ ਫਿਰ ਅਸੀਂ ਪੋਟਾਸ ਖਾਦ ਵੀ ਪਾਉਂਦੇ ਆ। ਪੋਟਾਸ ਖਾਦ ਦੇ ਨਾਲ ਕੀ ਹੁੰਦਾ ਵੀ ਫੁੱਲ ਨਹੀਂ ਗਿਰਦਾ। ਆਮ ਹੀ ਫਸਲਾਂ 'ਚ ਤੁਸੀਂ ਪੜ੍ਹੇ ਲਿਖੇ ਜੇ ਜਾਣਦੇ ਵੀ ਪੋਟਾਸ ਖਾਦ ਆ ਜਿਹੜੀ, ਉਹ ਲੰਮੇ ਸਮੇਂ ਤੱਕ ਅਸਰ ਰੱਖਦੀ ਤੇ ਫੁੱਲ ਦੇ ਉੱਤੇ ਵੀ ਉਹ ਕਾਫੀ ਲਾਭਕਾਰੀ ਹੁੰਦੀ। ਫੁੱਲ ਨੂੰ ਉਹ ਗਿਰਨ ਨਹੀਂ ਦਿੰਦੀ, ਤਾਕਤ ਮਿਲਦੀ ਆ। ਤੇ ਉਦੋਂ ਕੋਈ 100 ਤੋਂ 200 ਗ੍ਰਾਮ ਇੱਕ ਪੇੜ ਨੂੰ ਪੋਟਾਸ ਖਾਦ ਵੀ ਆਪਾਂ ਪਾ ਸਕਦੇ ਜਦੋਂ ਫੁੱਲ ਦੀ ਅਵਸਥਾ। ਉਹ ਤੋਂ ਪਹਿਲਾਂ ਸਿਰਫ ਨਿੰਮ ਦੀ ਖਲੀ ਤੇ ਦੇਸੀ ਗੋਬਰ ਦੀ ਖਾਦ ਪਾਈ ਜਾਣੀ। ਤੇ ਜਦੋਂ ਲਾਉਣਾ, ਕਈ ਜਗ੍ਹਾ ਤੇ ਕਾਲੀ ਜ਼ਮੀਨ ਤੇ ਲੋੜ ਹੀ ਨਹੀਂ ਆ। ਜੇ ਲਾਲ ਜ਼ਮੀਨ ਹੋਵੇ ਤੇ ਉਹਦੇ ਵਿੱਚ ਸਿਉਂਕ ਦਾ ਡਰ ਹੁੰਦਾ, ਤੇ ਉੱਥੇ ਫਿਰ ਦਵਾਈ ਆਪਾਂ ਸਿਉਂਕ ਦੀ ਵੀ ਪਾਉਣੀ ਆ। ਇੱਕ ਦਵਾਈ ਆਉਂਦੀ ਆ, ਉਹ ਬਾਇਓਸਟੀਨ ਆਉਂਦੀ ਆ। ਬਾਇਓਸਟੀਨ ਦਾ ਮਤਲਬ ਹੁੰਦਾ ਆ ਉਹ ਪੇੜ ਦੀਆਂ ਜੜਾਂ ਜਿਹੜੀਆਂ ਗਲਦੀਆਂ ਗੁੱਛਾ ਬਣ ਕੇ, ਕਈ ਵਾਰ ਝੋਨਿਆਂ ਨੂੰ ਵੀ ਪਾਉਂਦੇ, ਕਣਕਾਂ ਨੂੰ ਵੀ ਬਾਇਓਸਟੀਨ ਜ਼ਮੀਂਦਾਰ, ਤੇ ਇਹਦੀ ਜੜ ਨੂੰ ਕੋਈ ਗਲਣ ਰੋਗ ਨਾ ਲੱਗ ਜਾਵੇ। ਤੇ ਇਸ ਕਰਕੇ ਬਾਇਓਸਟੀਨ ਤੇ ਸਿਉਂਕ ਦੀ ਦਵਾਈ, ਇਹ 2 ਦਵਾਈਆਂ ਤੋਂ ਇਲਾਵਾ ਹੋਰ ਬਹੁਤੀ ਮਤਲਬ ਦਵਾਈਆਂ ਦੀ ਕੋਈ ਲੋੜ ਨਹੀਂ ਹੈਗੀ। ਤੀਸਰੀ ਗੱਲ ਇਹ ਆ ਵੀ ਚੰਦਨ ਦੇ ਵਿੱਚ, ਜਿਵੇਂ ਅੱਗੇ ਤੋਂ ਹਵਾਂਸ ਦਾ ਜ਼ਿਕਰ ਕੀਤਾ ਸੀ ਤੇ ਮੈਂ ਤੁਹਾਨੂੰ ਦੱਸਿਆ ਵੀ 6-7 ਵੈਰਾਈਟੀਆਂ ਆ। ਚੰਦਨ ਦੇ ਵਿੱਚ ਵੀ 3 ਵੈਰਾਈਟੀਆਂ ਹੁੰਦੀਆਂ ਨੇ। 3 ਵੈਰਾਈਟੀਆਂ। ਸਭ ਤੋਂ ਮਹਿੰਗਾ ਚੰਦਨ ਇਹ ਹੀ ਆ, ਇਹਨੂੰ ਵਾਈਟ ਚੰਦਨ ਕਿਹਾ ਜਾਂਦਾ ਆ। ਅੱਛਾ ਜੀ। ਅੱਛਾ, ਇਹਦਾ ਮਤਲਬ ਕਿ ਇਹ ਵਾਈਟ ਚੰਦਨ ਸਭ ਤੋਂ ਮਹਿੰਗਾ? ਵਾਈਟ ਚੰਦਨ ਸਭ ਤੋਂ ਮਹਿੰਗਾ। ਮਹਿੰਗੇ ਦਾ ਮਤਲਬ ਇਹ ਆ ਵੀ ਇਹਦੇ ਵਿੱਚੋਂ ਜਿਹੜਾ ਆਇਲ ਨਿਕਲਦਾ ਨਾ, ਆਇਲ ਬਹੁਤ ਹੀ ਮਹਿੰਗਾ ਹੁੰਦਾ। ਪਿਛਲੇ ਦਿਨਾਂ 'ਚੋਂ ਜੈਨ ਸਾਹਿਬ ਕੋ ਫੜਿਆ ਗਿਆ ਸੀ 600 ਲੀਟਰ ਤੇਲ ਇਹਦਾ, ਤੇ ਉਹਦੀ 6 ਕਰੋੜ ਰੁਪਈਆ ਕੀਮਤ ਗੌਰਮੈਂਟ ਨੇ ਮੂਲਿਆਂਕਨ ਕੀਤਾ ਸੀ। ਤੇ ਇਹ ਵਾਈਟ ਚੰਦਨ ਹੈ ਆਪਣੇ ਵਾਲਾ। ਇਸ ਤੋਂ ਇਲਾਵਾ ਇੱਕ ਲਾਲ ਚੰਦਨ ਆਉਂਦਾ ਆ। ਲਾਲ ਚੰਦਨ ਕੋਈ ਬਹੁਤਾ ਕੀਮਤੀ ਨਹੀਂ ਹੁੰਦਾ। ਉਹਦੀ ਮਾਰਕੀਟ ਸਿਰਫ ਚਾਈਨਾ ਵਿੱਚ ਤੇ ਹਿੰਦੁਸਤਾਨ ਵਿੱਚ 2 ਹੀ ਜਗ੍ਹਾ 'ਤੇ ਆ। ਇਹਦੀ ਮਾਰਕੀਟ ਪੂਰੇ ਵਰਲਡ ਵਿੱਚ ਆ। ਤੀਸਰੇ ਚੰਦਨ ਤੇ ਆਓ। ਇਹ 2 ਚੰਦਨ ਹੋ ਗਏ, ਲਾਲ ਚੰਦਨ ਤੇ ਵਾਈਟ ਚੰਦਨ। ਤੀਸਰਾ ਚੰਦਨ ਆ 52 ਚੰਦਨ। 52 ਚੰਦਨ ਦਾ ਮਤਲਬ ਹੁੰਦਾ ਉਹਦੀ ਹਾਈਟ ਆ ਜਿਹੜੀ ਉਹ 52 ਇੰਚੀ ਹੁੰਦੀ ਆ, ਔਰ ਉਹ ਬਹੁਤ ਮਹਿਕਦਾ ਆ। ਇੰਨਾ ਮਹਿਕਦਾ ਆ ਬਈ ਜੇ ਉਹ ਘਰ ਦੇ ਵਿੱਚ ਲੱਗਾ ਹੋਵੇ ਤੇ ਪੂਰੇ ਮਹੱਲੇ ਨੂੰ ਉਹ ਮਹਿਕ ਦੇ ਨਾਲ ਜਿਹੜਾ ਆ ਤਰੋ ਤਰ ਕਰ ਦਿੰਦਾ ਆ 52 ਚੰਦਨ। 52 ਚੰਦਨ ਦੀ ਕੋਈ ਬਹੁਤੀ ਕੀਮਤ ਨਹੀਂ ਹੁੰਦੀ ਮਾਰਕੀਟ ਵੈਲਿਊ ਜਿਹੜੀ ਆ, ਕਿਉਂਕਿ ਉਹ ਸਿਰਫ ਇੱਕ ਖੁਸ਼ਬੂ ਵਾਲੀ ਚੀਜ਼ ਆ, ਮਹਿਕਣ ਵਾਲੀ ਆ। ਉਹ ਇੱਕ ਗੁਲਦਸਤਾ ਆ ਤੇ ਉਹਨੂੰ ਲੋਕ ਇਸ ਉਦੇਸ਼ ਨਾਲ ਲਾਇਆ ਜਾਂਦਾ 52 ਚੰਦਨ ਆ ਜਿਹੜਾ। ਤੇ ਉਹ 52 ਚੰਦਨ ਆ ਜਿਹੜਾ ਉਹ ਐਸੇ ਸਥਾਨਾਂ ਤੇ ਲਾਇਆ ਜਾਂਦਾ ਆ
ਜਿੱਥੇ ਬਹੁਤ VIP ਏਰੀਆ ਹੋਵੇ ਤੇ VIP ਏਰੀਏ ਦੇ ਵਿੱਚ ਜਦੋਂ ਉਹਨਾਂ ਬੰਦਿਆਂ ਨੇ ਜਾਣਾ ਤੇ ਉਹਨਾਂ ਨੂੰ ਵਾਤਾਵਰਣ ਜਿਹੜਾ ਆ ਉਹ ਤਰੋ ਤਰ ਮਿਲੇ, ਜਿਹਦੇ ਨਾਲ ਉਹਨਾਂ ਦੀ ਬੁੱਧੀ ਜਿਹੜੀ ਵਿਕਾਸ ਕਰੇ ਤੇ ਉਹ ਦੇਸ਼ ਦੀ ਸੇਵਾ ਕਰ ਪਾਉਣ। ਉਹ ਐਸੇ ਸਥਾਨਾਂ ਤੇ ਬਾਵਨ ਚੰਦਨ ਲਾਇਆ ਜਾਂਦਾ ਆ। ਉਹ ਤੇ ਤਾਂ ਨਹੀਂ ਸੱਪ ਆਉਂਦਾ ਬਾਪੂ? ਨਹੀਂ, ਉੱਤੇ ਨਹੀਂ ਸੱਪ ਆਉਂਦਾ। ਬਸ ਮਹਿਕ ਦਾ ਉਹ ਇੰਨਾ ਆ ਵੀ ਇੱਕ ਹੀ ਪੇੜ ਲਾ ਦੋਗੇ ਤੇ ਪੂਰੇ ਪਿੰਡ ਨੂੰ ਸਭ ਤੋਂ ਮਤਲਬ ਕਿ ਤੁਹਾਡੀ ਗੱਲ ਇਹ ਆ ਵੀ ਜਦੋਂ ਕੋਈ ਆਪਾਂ ਦਰਖਤ ਲਾਉਣੇ ਆ, ਚਾਹੇ ਚੰਦਨ ਲਾਉਣਾ ਤੇ ਚਾਹੇ ਕੋਈ ਵੀ ਲਾਉਣਾ, ਉਹਦੀ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰੋ, ਕੁਆਲਿਟੀ ਚੈੱਕ ਤੇ ਇੱਕ ਮਤਲਬ ਜਿਹੜਾ ਹੈਗਾ ਮਾਹਰ ਬੰਦੇ ਦੀ ਰਾਏ ਲਓ, ਫੇਰ ਲਾਓ। ਫੇਰ ਕਿਤੇ ਮੇਰੇ ਵਰਗਾ ਲਾ ਕੇ ਬਹਿ ਜੇ ਲਾਲ ਚੰਦਨ ਤੇ ਉਹਦਾ ਕੀਮਤ ਘੱਟ ਆਵੇ ਤੇ 12 ਸਾਲ ਬਾਅਦ ਗਾਲਾਂ ਕੱਢੀ ਜਾਵੇ, ਕੋਈ ਮਤਲਬ ਨਹੀਂ। ਉਹ ਤੇ ਇੱਕ ਲੱਕੜ ਆ। ਸੋ ਮਤਲਬ ਕਿ ਜਿਹੜਾ ਹੈਗਾ ਇਹ ਵਾਈਟ ਚੰਦਨ, ਇਹ ਵਾਈਟ ਚੰਦਨ ਸਭ ਤੋਂ ਮਹਿੰਗਾ ਤੇ ਸਭ ਤੋਂ ਆਸਾਨ ਵਾਈਟ ਚੰਦਨ ਹੀ ਆ, ਔਰ ਪੂਰੇ ਵਰਲਡ 'ਚ ਇਹਦੀ ਮਾਰਕੀਟ ਆ। ਉਹਦੀ ਲਾਲ ਚੰਦਨ ਦੀ ਮੈਂ ਦੋ ਜਗ੍ਹਾ ਤੇ ਤੁਹਾਨੂੰ ਜ਼ਿਕਰ ਕੀਤਾ ਵੀ ਚਾਈਨਾ 'ਚ ਤੇ ਇੰਡੀਆ 'ਚ। ਉਹਦੇ ਫਰਨੀਚਰ ਵੀ ਬਣਾਉਂਦੇ ਆ ਲੋਕ, ਜਿਹੜੇ ਅਮੀਰ ਲੋਕ ਆ, ਉਹਦਾ ਫਰਨੀਚਰ ਵੀ ਬਣਦਾ ਹੈ। ਉਹ ਕੋਈ ਬਹੁਤੀ ਕੀਮਤੀ ਲੱਕੜ ਨਹੀਂ ਹੁੰਦੀ, ਜਿਸ ਤਰ੍ਹਾਂ ਟਾਹਲੀ ਨਾਲੋਂ ਜਾਂ ਸਾਗਵਾਨ ਨਾਲੋਂ ਉੱਚ ਕੁਆਲਿਟੀ ਦੀ ਉਹਨੂੰ ਲੱਕੜ ਮੰਨ ਲਓ। ਤੇ ਜਿਹੜੀਆਂ ਬਾਪੂ ਆ ਪਾਉਂਦੇ ਆ, ਜਿਹੜਾ ਮਤਲਬ ਵੀ ਮੱਥੇ ਤੇ ਲਾਉਂਦੇ ਆ, ਉਹ ਕਿਉਂ ਲਾਉਂਦੇ ਹੁੰਦੇ ਚੰਦਨ? ਫਿਰ ਆਪਾਂ ਦੇਖਿਆ ਉਹ ਜਿਹੜਾ ਚੰਦਨ ਲਾਉਂਦੇ ਆ ਨਾ, ਉਹਨੂੰ ਪੀਲਾ ਚੰਦਨ ਆਉਂਦੇ ਆ। ਉਹ ਪੀਲਾ ਚੰਦਨ ਇਹ ਹੀ ਹੁੰਦਾ ਆ। ਠੀਕ ਹੈ। ਇਹਨੂੰ ਘਿਸ ਕੇ ਨਾ ਥੋੜਾ ਜਿਹਾ ਤੋਂ ਪੀਲਾ ਚੰਦਨ ਲਾਉਂਦੇ ਆ। ਇਹਨੂੰ ਜਿਹੜਾ ਵਿਗਿਆਨਕ ਭਾਸ਼ਾ ਦੇ ਵਿੱਚ ਇਹਨੂੰ ਵਾਈਟ ਚੰਦਨ ਆਖੀ ਜਾਂਦਾ, ਤੇ ਲੋਕਲ ਭਾਸ਼ਾ ਦੇ ਵਿੱਚ ਉਹਨੂੰ ਪੀਲਾ ਚੰਦਨ ਕਹਿੰਦੇ ਆ। ਤੇ ਜਿਹੜਾ ਲਾਲ ਚੰਦਨ ਆ, ਲਾਲ ਚੰਦਨ ਦੇ ਜਿਹੜੇ ਦਰਵਾਜ਼ੇ ਲੱਗਣੇ, ਫਰਨੀਚਰ ਤੇ ਸੋਫੇ ਬਣਨੇ ਆ, ਉਹਦੇ ਵਿੱਚ ਇਹ ਵਿਸ਼ੇਸ਼ਤਾ ਹੁੰਦੀ ਆ ਵੀ ਜੇ ਤੁਹਾਡਾ ਹੱਥ ਵੀ ਉਹਨੂੰ ਲੱਗ ਗਿਆ ਤੇ ਉਹਦੇ ਚੰਦਨ ਦੀ ਮਹਿਕ ਆਉਣੀ ਆ, ਉਹ ਕਮਰੇ ਦੇ ਵਿੱਚੋਂ ਵੀ ਮਹਿਕ ਆਉਣੀ ਆ। ਹੋਰ ਉਹਦਾ ਕੋਈ ਬਹੁਤਾ ਉਪਯੋਗ ਨਹੀਂ ਹੁੰਦਾ, ਓਇਲ ਨਹੀਂ ਬਣਦਾ ਲਾਲ ਚੰਦਨ ਦੇ ਵਿੱਚੋਂ। ਤੇ ਲਾਲ ਚੰਦਨ ਜਿਹੜਾ ਅਮੀਰ ਲੋਕ ਉਹਨੂੰ ਯੂਜ਼ ਕਰਦੇ ਆ, ਦਰਵਾਜ਼ੇ ਲੱਗਣੇ ਆਪਣੇ ਕਮਰਿਆਂ ਦੇ ਜਾਂ ਉਹਦੇ ਵਿੱਚ ਸੋਫੇ ਲਾਉਣੇ, ਤੇ ਉਹ ਇੱਕ ਲੰਬੀ ਉਹਦੀ ਉਮਰ ਹੁੰਦੀ ਆ ਤੇ ਉਹਦੇ ਚੋਂ ਮਹਿਕ ਆ ਜਿਹੜੀ ਉਹ ਚੰਦਨ ਦੀ ਆਉਣੀ, ਬਸ ਉਹਦਾ ਇੰਨਾ ਹੀ ਮਹੱਤਵ ਹੁੰਦਾ ਲਾਲ ਚੰਦਨ ਦਾ। ਇਸ ਕਰਕੇ ਅਸੀਂ ਲਾਲ ਚੰਦਨ ਦੀ ਸਲਾਹ ਨਹੀਂ ਦਿੰਦੇ, ਅਸੀਂ ਚਿੱਟੇ ਚੰਦਨ ਦੀ ਸਲਾਹ ਦਿੰਦੇ ਆ। ਤੁਹਾਡਾ ਮੋਬਾਈਲ ਨੰਬਰ ਕਿੰਨਾ ਹੋਵੇ? ਮੋਬਾਈਲ ਨੰਬਰ ਮੇਰਾ 75663 85890। ਸੋ ਜੇਕਰ ਭਾਈ ਕੋਈ ਮੈਥੋਂ ਸਵਾਲ ਰਹਿ ਗਿਆ ਹੋਵੇ ਪੁੱਛਣ ਕਰੋ, ਜਿਹੜਾ ਤੁਹਾਡੇ ਦਿਮਾਗ 'ਚ ਟਸਕਦਾ ਹੋਵੇ, ਤਾਂ ਤੁਸੀਂ 75663 85890 85890 ਤੇ ਜਿਹੜਾ ਹੈਗਾ ਤੁਸੀਂ ਸਰਪੰਚ ਸਾਹਿਬ ਨੂੰ ਜਿਹੜਾ ਹੈ ਗੱਲਬਾਤ ਵੀ ਕਰ ਸਕਦੇ ਹੋ। ਸੋ ਤੁਹਾਨੂੰ ਜਿਹੜਾ ਹੈ ਚੰਦਨ ਬਾਰੇ ਪੂਰੀ ਜਾਣਕਾਰੀ ਦਿਓਗੇ। ਸੋ ਮੈਂ ਆਸ ਕਰਦਾ ਕਿ ਇਹ ਜਿਹੜੀ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਰਹੀ ਹੋਊਗੀ, ਤੇ ਤੁਸੀਂ ਜਿਹੜਾ ਹੈਗਾ ਰਵਾਇਤੀ ਫਸਲਾਂ ਦੇ ਚੱਕਰ ਦੇ ਨਾਲ ਨਾਲ ਜਿਹੜਾ ਹੈਗਾ ਇਹੋ ਜਿਹੇ ਪੌਦੇ ਵੀ ਲਾਓਗੇ ਜਿਹੜੇ ਤੁਹਾਡੇ ਆਉਣ ਵਾਲੇ ਬੱਚਿਆਂ ਵਾਸਤੇ FD ਸਾਬਤ ਹੋਣਗੇ, ਤਾਂ ਕਿ ਤੁਸੀਂ ਵੀ ਜਿਹੜਾ ਹੈਗਾ ਆਪਾਂ ਗੱਲ ਕਰਕੇ ਚੰਗਾ ਮੁਨਾਫਾ ਕਮਾ ਸਕੋ। ਬਣੇ ਰਹੋ ਗੁਰਪ੍ਰੀਤ ਕੋਟ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟ ਲਈ YouTube ਚੈਨਲ, ਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ। ਧੰਨਵਾਦ।